ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ 'ਚ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਪ੍ਰਵੇਸ਼ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਭਾਰਤ ਦੀ ਗੱਲ ਕਰੀਏ ਤਾਂ ਖਬਰਸਾਰ ਤੁਹਾਡੇ ਤੋਂ ਲੈਣੇ। ਜਲੰਧਰ ਦੇ ਪੀਏਪੀ ਮੈਦਾਨ 'ਚ ਹੋਊਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 14 ਫਰਵਰੀ ਦੀ ਰੈਲੀ। ਬਿਲਕੁਲ ਜੀ, ਫਾਈਨਲ ਹੋ ਗਈ ਹੈ ਤਕਰੀਬਨ ਇਹ ਗੱਲ। ਪਹਿਲਾਂ ਇਸ ਤੋਂ ਰੈਲੀ ਰੱਖ ਲਈ ਗਈ ਸੀ, ਪਰ ਅਜੇ ਤੱਕ ਇਹ ਗੱਲ ਨਹੀਂ ਸੀ ਫਾਈਨਲ ਹੋ ਸਕੀ ਕਿ ਇਸ ਨੂੰ ਕਿਸ ਜਗ੍ਹਾ ਤੇ ਕੀਤਾ ਜਾਣਾ ਹੈ। ਪੀਏਪੀ ਦਾ ਜਿਹੜਾ ਮੈਦਾਨ ਹੈ, ਕਿਉਂਕਿ ਮੁਕਾਬਲਤਨ ਜਿਹੜੇ ਹੋਰ ਰੈਲੀ ਸਥਾਨ ਨੇ ਵੱਡੇ ਜਲੰਧਰ ਦੇ ਵਿੱਚ, ਉਹਨਾਂ ਦੇ ਮੁਕਾਬਲੇ ਇਹ ਜ਼ਿਆਦਾ ਇਹਨੂੰ ਸੁਰੱਖਿਅਤ ਸਮਝਿਆ ਜਾ ਸਕਦਾ ਹੈ, ਕਿਉਂਕਿ ਇਹਦੇ ਚੁਫੇਰੇ ਪਹਿਲਾਂ ਹੀ ਪੁਲਿਸ ਦੀ ਘੇਰਾਬੰਦੀ ਹੈ ਤੇ ਫਿਰ ਪ੍ਰਧਾਨ ਮੰਤਰੀ ਦੀ ਆਮਦ ਨੂੰ ਧਿਆਨ 'ਚ ਰੱਖ ਕੇ ਹੋਰ ਜ਼ਿਆਦਾ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਕੱਲ੍ਹ ਇੱਕ ਵਿਸ਼ੇਸ਼ ਮੀਟਿੰਗ ਹੋਈ ਸੀ ਇੱਥੇ ਪ੍ਰਸ਼ਾਸਨ ਦੀ, ਜ਼ਿਲ੍ਹਾ ਅਧਿਕਾਰੀਆਂ ਦੀ, ਪੁਲਿਸ ਅਧਿਕਾਰੀਆਂ ਦੀ, ਜਿਨ੍ਹਾਂ ਦੇ ਨਾਲ ਵਰਚੁਅਲੀ ਜੁੜੇ ਸਨ ਡੀਜੀਪੀ ਜਿਹੜੇ ਪੰਜਾਬ ਦੇ ਆ ਔਰ ਚੀਫ ਸੈਕਟਰੀ ਹੈ ਜਿਹੜੇ ਪੰਜਾਬ ਦੇ। ਉਹਨਾਂ ਨੇ ਗੱਲਬਾਤ ਕਰਕੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਅਸਲ ਵਿੱਚ ਇਸ ਵਾਰੀ ਜਿਹੜਾ ਪ੍ਰਸ਼ਾਸਨ ਹੈ ਉਹ ਬਹੁਤ ਜ਼ਿਆਦਾ ਇਸ ਮਾਮਲੇ ਦੇ ਵਿੱਚ ਪੱਬਾਂ ਭਾਰ ਕਹਿ ਸਕਦੇ ਆ ਉਹਨੂੰ, ਜਾਂ ਬੜੇ ਸਖਤ ਕਦਮ ਚੁੱਕੇ ਜਾ ਰਹੇ ਨੇ। ਕਈ ਇਲਾਕਿਆਂ ਦੇ ਵਿੱਚ ਕੱਲ੍ਹ ਤੋਂ ਹੀ ਪਾਬੰਦੀਆਂ ਜਿਹੜੀਆਂ ਇੱਥੇ ਔਰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਟ੍ਰੈਫਿਕ ਕਿੱਧਰ ਦੀ ਜਾਣਾ ਹੈ, ਕਿੱਧਰ ਦੀ ਆਉਣਾ ਹੈ, ਕਿਵੇਂ ਹੋਣਾ ਹੈ। ਉਹਦਾ ਇੱਕ ਕਾਰਨ ਇਹ ਆ ਪ੍ਰਵੇਸ਼ ਜੀ ਕਿ ਜਦੋਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਹੋਰਾਂ ਦੀ ਰੈਲੀ ਰੱਖੀ ਗਈ ਸੀ ਫਿਰੋਜ਼ਪੁਰ ਦੇ ਵਿੱਚ, ਉਹਨਾਂ ਨੇ ਸੰਬੋਧਨ ਕਰਨਾ ਸੀ ਤੇ ਮੌਸਮ ਖਰਾਬ ਹੋਣ ਕਰਕੇ ਉਹ ਬਠਿੰਡਾ ਤੋਂ ਹੈਲੀਕਾਪਟਰ ਰਾਹੀਂ ਫਿਰੋਜ਼ਪੁਰ ਨਹੀਂ ਆ ਸਕੇ। ਬਾਈ ਰੋਡ ਉਹਨਾਂ ਨੇ ਆਉਣ ਦਾ ਪ੍ਰੋਗਰਾਮ ਲਿਖਿਆ ਔਰ ਉਹਦੇ ਰਸਤੇ ਦੇ ਵਿੱਚ ਫਿਰ ਜਿਹੜਾ ਰਸਤਾ ਬਲੌਕ ਕੀਤਾ ਹੋ ਗਿਆ ਜਾਂ ਉਹਨਾਂ ਦੀ ਰੈਲੀ ਉਹ ਕਿਸੇ ਕਾਰਨ ਕਰਕੇ ਜਿਹੜੀ ਨਹੀਂ ਹੋ ਸਕੀ। ਉਹਦੇ 'ਚ ਇਹ ਦੱਸਿਆ ਗਿਆ ਕਿ ਸੁਰੱਖਿਆ ਮਾਮਲਿਆਂ ਦੇ ਵਿੱਚ ਕਿਤੇ ਖਾਮੀ ਰਹਿ ਗਈ ਹੈ, ਕੋਈ ਗਲਤੀ ਰਹਿ ਗਈ, ਚੂਕ ਰਹਿ ਗਈ ਹੈ ਕੋਈ, ਔਰ ਉਹ ਨਿਸ਼ਾਨਾ ਸਿੱਧਾ ਜਿਹੜਾ ਸੀ ਪੰਜਾਬ ਸਰਕਾਰ ਦੇ ਉੱਤੇ ਲਾਇਆ ਗਿਆ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਔਰ ਇਹ ਕਿਹਾ ਗਿਆ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਮਾਮਲੇ 'ਚ ਮਾਫੀ ਵੀ ਮੰਗੀ ਸੀ ਔਰ ਬੜੀ ਇੱਕ ਟਿੱਪਣੀ ਜਿਹੜੀ ਹੈ ਬੜੇ ਅਜੀਬ ਅੰਦਾਜ਼ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਨੇ ਉਦੋਂ ਕੀਤੀ ਸੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਬਠਿੰਡਾ ਏਅਰਪੋਰਟ ਦੇ ਉੱਤੇ ਜਾ ਕੇ, ਕਿ ਆਪਣੇ ਉਹਨਾਂ ਨੇ ਅਧਿਕਾਰੀਆਂ ਨੂੰ, ਉੱਥੇ ਪੰਜਾਬ ਦੇ ਅਧਿਕਾਰੀਆਂ ਨੂੰ ਕਿਹਾ ਸੀ ਆਪਣੇ ਮੁੱਖ ਮੰਤਰੀ ਨੂੰ ਸੁਨੇਹਾ ਦੇਣਾ ਕਿ ਮੈਂ ਇੱਥੋਂ ਜਿੱਦਾਂ ਵਾਪਸ ਜਾ ਰਿਹਾ। ਉਹ ਬੜੀ ਮਤਲਬ ਕਈ ਉਹਦੇ ਅਰਥ ਨਿਕਲਦੇ ਸੀ ਉਸ ਟਿੱਪਣੀ ਦੇ। ਹੁਣ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਪ੍ਰਸ਼ਾਸਨ ਉਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਮੱਠ ਜਿਹੜੀ ਹੈ ਉਹ ਨਹੀਂ ਆਉਣ ਦੇਣਾ ਚਾਹੁੰਦਾ। ਇਸ ਤੋਂ ਪਹਿਲਾਂ ਉਹਨਾਂ ਦੀਆਂ 2 ਵਰਚੁਅਲ ਰੈਲੀਆਂ ਪ੍ਰਧਾਨ ਮੰਤਰੀ ਹੋਰਾਂ ਦੀਆਂ ਅਨਾਊਂਸ ਕੀਤੀਆਂ ਗਈਆਂ ਸੀ, ਪਰ ਜਿਹੜੀ ਰੈਲੀ ਆਡੀਅנס ਦੇ ਸਾਹਮਣੇ, ਸਰੋਤਿਆਂ ਦੇ ਸਾਹਮਣੇ, ਵੋਟਰਾਂ ਦੇ ਸਾਹਮਣੇ, ਜਨਤਾ ਦੇ ਸਾਹਮਣੇ ਰੂਬਰੂ ਆ ਕੇ ਜਿਹੜੀ ਗੱਲ ਬਣਦੀ ਹੈ, ਜੋ ਜਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ, ਉਹ ਵਰਚੁਅਲੀ ਰੈਲੀਆਂ ਦਾ ਉਨਾ ਪ੍ਰਭਾਵ ਨਹੀਂ ਪੈਂਦਾ। ਬੇਸ਼ੱਕ ਉਹ ਰੈਲੀਆਂ ਵੀ ਕਾਫੀ ਹੱਦ ਤੱਕ ਕਾਮਯਾਬ ਰਹੀਆਂ, ਜਿੱਦਾਂ ਰਾਹੁਲ ਗਾਂਧੀ ਦੀ ਰੈਲੀ ਸੀ ਉਹ ਬੜੀ ਕਾਮਯਾਬ ਰਹੀ ਸੀ ਵਰਚੁਅਲੀ ਰੈਲੀ। ਉਸ ਤੋਂ ਬਾਅਦ ਹੀ ਉਹਨਾਂ ਰੈਲੀਆਂ ਦਾ ਮੁੱਢ ਬੰਨਿਆ ਸੀ, ਪਰ 2 ਰੈਲੀਆਂ ਰੱਖੀਆਂ ਸੀ ਉਹਨਾਂ ਨੇ, ਪਰ ਉਹਨਾਂ 'ਚੋਂ ਇੱਕ ਰੈਲੀ ਜਿਹੜੀ ਸੀ ਕਰਕੇ ਦੂਜੀ ਰੈਲੀ ਉਹਨਾਂ ਨੇ ਰੱਦ ਕਰ ਦਿੱਤੀ ਸੀ। ਫਿਰ ਉਸ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ 14 ਤਰੀਕ ਨੂੰ ਉਹ ਆਪ ਇੱਥੇ ਆ ਕੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਰੈਲੀਆਂ ਨੂੰ ਸੰਬੋਧਨ ਕਰਨਗੇ। ਇਕੱਲੇ ਪ੍ਰਧਾਨ ਮੰਤਰੀ ਨਹੀਂ ਆ ਰਹੇ, ਉਸ ਤੋਂ ਪਹਿਲਾਂ ਅੱਜ ਤੇ ਕੱਲ੍ਹ ਕੇਂਦਰੀ ਲੀਡਰਸ਼ਿਪ ਆ ਜਿਹੜੀ ਔਰ ਕੇਂਦਰੀ ਸਰਕਾਰ ਦੇ ਜਿਹੜੇ ਮੰਤਰੀ ਨੇ, ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, ਹੋਰ ਵੀ ਜਿਨ੍ਹਾਂ ਵਿੱਚ JP ਨੱਡਾ ਭਾਜਪਾ ਪ੍ਰਧਾਨ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ, ਰਾਜਨਾਥ ਸਿੰਘ ਹੋਰੀ, ਉਹ ਇੱਥੇ ਆ ਕੇ ਉਹ ਵੀ ਪਹਿਲਾਂ ਉਸ ਤੋਂ ਸ਼ਾਇਦ ਕੁਛ ਰੈਲੀਆਂ ਨੂੰ ਸੰਬੋਧਨ ਕਰਨਗੇ ਔਰ ਗਰਾਊਂਡ ਤਿਆਰ ਹੋਵੇਗੀ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਹੋਰਾਂ ਦੀਆਂ 3 ਰੈਲੀਆਂ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲੀ ਰੈਲੀ ਜਿਹੜੀ ਹੈ ਉਹ ਇੱਥੇ ਜਲੰਧਰ ਦੇ ਵਿੱਚ ਉਹਨਾਂ ਨੇ ਰੱਖੀ ਹੈ। ਜਲੰਧਰ ਨੂੰ ਇਸ ਕਰਕੇ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਗਈ ਹੈ ਕਿਉਂਕਿ ਦੁਆਬਾ ਜਿਹੜਾ ਹੈ ਇਹਦੇ ਵਿੱਚ ਆਪਾਂ ਦੇਖੀਏ ਮਾਝੇ ਤੇ ਮਾਲਵੇ ਦੇ ਮੁਕਾਬਲਤਨ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ, ਵੋਟ ਆਧਾਰ ਜਿਹੜਾ ਉਹ ਕੁਛ ਜ਼ਿਆਦਾ ਹੈ। ਹਾਲਾਂਕਿ ਪਿਛਲੀ ਵਾਰੀ ਵੀ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਕੋਈ ਬਹੁਤ ਜ਼ਿਆਦਾ ਸੀਟਾਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨੂੰ ਹਾਸਲ ਨਹੀਂ ਹੋ ਸਕੀਆਂ, ਇਸ ਵਾਰੀ ਤਾਂ ਵੱਖਰੇ ਵੱਖਰੇ ਚੋਣ ਲੜ ਰਹੇ ਨੇ। ਪਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕਾਫੀ ਜ਼ੋਰ ਸ਼ੋਰ ਦੇ ਨਾਲ ਲੱਗੀ ਹੈ ਇਸ ਪ੍ਰਚਾਰ ਦੇ ਵਿੱਚ, ਕਿਉਂਕਿ ਇਸ ਵਾਰੀ ਉਹ ਇਕੱਲੇ ਤੌਰ ਤੇ ਲੜ ਰਹੀ ਹੈ। ਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਸਾਥ ਦੇ ਵੀ ਰਹੇ ਆ ਤੇ ਉਹ ਬਹੁਤ ਥੋੜ੍ਹੀਆਂ ਸੀਟਾਂ ਤੇ ਲੜ ਰਹੇ ਨੇ, ਜ਼ਿਆਦਾ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਆਪ ਲੜ ਰਹੀ ਹੈ, ਕੁਝ 10-12 ਸੀਟਾਂ ਦੇ ਉੱਤੇ ਸੰਯੁਕਤ ਅਕਾਲੀ ਦਲ ਜਿਹੜਾ ਉਹ ਲੜ ਰਿਹਾ ਹੈ। ਇਸ ਕਰਕੇ ਇਹਦੇ ਵਿੱਚ ਜੇ ਉਹ ਵੀ ਸਿਹਰਾ ਜਾਣਾ ਨਤੀਜੇ ਦਾ,
ਉਹ ਚੰਗਾ ਜਾਂ ਮਾੜਾ ਜੋ ਵੀ ਜਾਣਾ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਜ਼ਿਆਦਾ ਜਾਣਾ ਹੈ। ਔਰ ਜੇ ਕੱਲ ਨੂੰ ਸਰਕਾਰ ਬਣਦੀ ਹੈ ਜਾਂ ਭਾਰਤੀ ਜਨਤਾ ਪਾਰਟੀ ਜਿੱਤ ਹਾਸਲ ਕਰਦੀ ਹੈ ਤਾਂ ਵੀ ਭਾਰਤੀ ਜਨਤਾ ਪਾਰਟੀ ਦਾ ਹੱਥ ਅੱਗੇ ਰਹੇਗਾ। ਔਰ ਇਹ ਗੱਲ ਵੀ ਪਹਿਲਾਂ ਕਲੀਅਰ ਸਾਫ਼ ਹੋ ਚੁੱਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ CM ਫੇਸ ਨਹੀਂ ਹੋਣਗੇ, CM ਕੋਈ ਜਿਹੜਾ ਉਹ ਹੋਰ ਹੀ ਹੋਵੇਗਾ। ਔਰ ਉਹ ਸਮਝ ਲੱਗਦੀ ਹੈ ਗੱਲ ਕਿ ਜੇ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਹਾਸਲ ਹੁੰਦੀ ਹੈ ਤੇ ਉਹਨਾਂ ਦਾ ਜਿਹੜਾ CM ਆ ਉਹ ਭਾਰਤੀ ਜਨਤਾ ਪਾਰਟੀ ਵਿੱਚੋਂ ਹੀ ਹੋਵੇਗਾ। ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕੇਂਦਰੀ ਲੀਡਰਸ਼ਿਪ ਜਿਹੜੀ ਹੈ ਉਹ ਪੰਜਾਬ ਦੇ ਉੱਤੇ ਹੁਣ ਫੋਕਸ ਕਰ ਰਹੀ ਹੈ, ਕਿਉਂਕਿ UP ਦੇ ਵਿੱਚ ਉਹ ਬਹੁਤ ਸਾਰੀਆਂ ਰੈਲੀਆਂ ਪਹਿਲਾਂ ਕਰ ਚੁੱਕੇ ਹੈ। ਜਿਸ ਵੇਲੇ ਅਜੇ ਚੋਣ ਜਾਬਤਾ ਨਹੀਂ ਸੀ ਲੱਗਿਆ, ਜਿਸ ਵੇਲੇ ਕੋਵਿਡ ਕਾਰਨ ਚੋਣ ਕਮਿਸ਼ਨ ਨੇ ਬਹੁਤ ਜ਼ਿਆਦਾ ਪਾਬੰਦੀਆਂ ਨਹੀਂ ਲਾਈਆਂ ਸੀ, ਉਸ ਵੇਲੇ ਭਾਰਤੀ ਜਨਤਾ ਪਾਰਟੀ ਨੇ 70% ਜਿਹੜੇ ਇਲਾਕੇ ਹੈ UP ਦੇ ਉਹ ਕਵਰ ਕਰ ਲਏ ਸੀ। ਉੱਤਰਾਖੰਡ ਦੇ ਵਿੱਚ ਵੀ ਇਸ ਵੇਲੇ ਰੈਲੀਆਂ ਚੱਲੀਆਂ ਨੇ। ਗੋਆ ਮਨੀਪੁਰ ਦੇ ਬਾਰੇ ਕੋਈ ਬਹੁਤ ਜ਼ਿਆਦਾ ਰਿਪੋਰਟ ਨਹੀਂ ਹੈ ਕਿ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਚੱਲ ਰਹੇ ਆ, ਕਿਉਂਕਿ ਚੋਣਾਂ ਤੇ ਉੱਥੇ ਵੀ ਹੋ ਰਹੀਆਂ ਨੇ, 5 ਰਾਜਾਂ 'ਚ ਚੋਣਾਂ ਹੋ ਰਹੀਆਂ ਨੇ। ਅਸੀਂ ਜੋ ਸਾਡੇ ਕੋਲ ਸੂਚਨਾ 5 ਰਾਜਾਂ ਬਾਰੇ ਪ੍ਰਾਪਤ ਹੁੰਦੀ ਅਸੀਂ ਸਰੋਤਿਆਂ ਦੇ ਨਾਲ ਮੁੱਖ ਗੱਲਾਂ ਜਿਹੜੀਆਂ ਸਾਂਝੀਆਂ ਕਰਦੇ ਰਹਿੰਦੇ ਆ, ਪਰ ਸਾਡਾ ਫੋਕਸ ਪੰਜਾਬ ਦੇ ਉੱਤੇ ਹੁੰਦਾ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਬੈਠੇ ਆ। ਸੋ ਪੰਜਾਬ ਦੇ ਵਿੱਚ ਇਹ ਰੈਲੀ ਜਿਹੜੀ ਹੈ ਦੁਆਬਾ ਖੇਤਰ ਨੂੰ ਧਿਆਨ ਵਿੱਚ ਰੱਖ ਕੇ ਇੱਥੇ ਇਹਨਾਂ ਦਾ ਵੋਟ ਬੈਂਕ ਜਿਹੜਾ ਫਿਕਸ ਵੋਟ ਬੈਂਕ ਹੈਗਾ ਉਹ ਵੋਟ ਭਾਰਤੀ ਜਨਤਾ ਪਾਰਟੀ ਨੂੰ ਹੀ ਪੈਣੀ ਹੈ, ਜਿਹਨੂੰ ਆਪਾਂ ਕੱਟੜ ਜਾਂ ਕਮਿਟਡ ਜਾਂ ਜੋ ਵੀ ਕੋਈ ਡੈਡੀਕੇਟਡ ਜੋ ਵੀ ਆਪਾਂ ਸ਼ਬਦ ਵਰਤੀਏ ਉਹਦੇ ਵਾਸਤੇ ਕਿ ਉਹ ਲੋਕ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਭੁਗਤਣਗੇ। ਔਰ ਇੱਥੇ ਇਹਨਾਂ ਦੇ ਜਿਹੜੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਦੁਆਬੇ ਦੇ ਵਿੱਚ ਉਹ ਵੀ ਕਾਫੀ ਮਤਲਬ ਪਹਿਲਾਂ ਉਹਨਾਂ ਦੇ ਕੋਲ ਅਹੁਦੇ ਰਹੇ ਨੇ ਚੰਗੇ, ਪਾਰਟੀ ਆਰਗੇਨਾਈਜੇਸ਼ਨ ਦੇ ਵਿੱਚ ਵੀ, ਸਰਕਾਰਾਂ ਦੇ ਵਿੱਚ ਵੀ ਉਹ ਰਹੇ ਨੇ, ਮੰਤਰੀ ਵੀ ਰਹੇ ਨੇ ਇੱਥੋਂ ਦੇ, ਜਿਨ੍ਹਾਂ 'ਚ ਤੀਕਸ਼ਣ ਸੂਦ ਦਾ ਨਾਂ ਲੈ ਸਕਦੇ ਹਾਂ ਆਪਾਂ, ਮਾਸਟਰ ਮੋਹਨ ਲਾਲ ਦਾ ਨਾਂ ਲੈ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਜਲੰਧਰ ਦੇ ਜਿਹੜੇ ਹੈਗੇ ਨੇ ਮਨੋਰੰਜਨ ਕਾਲੀਆ ਉਹਨਾਂ ਦਾ ਨਾਂ ਲੈ ਸਕਦੇ ਹਾਂ, ਜਿਹੜੇ ਮੰਤਰੀ ਵੀ ਰਹੇ ਨੇ ਔਰ ਕਾਫੀ ਉਹਨਾਂ ਦਾ ਸੀਨੀਅਰ ਅਹੁਦੇ ਰਹੇ ਨੇ ਉਹਨਾਂ ਦੇ ਕੋਲ ਪਾਰਟੀ ਆਰਗੇਨਾਈਜੇਸ਼ਨ ਦੇ ਇਸ ਵੇਲੇ ਅੱਜ ਵੀ ਹੈ। ਔਰ ਉਹ ਸਾਰੇ ਇਸ ਗੱਲ ਦੇ ਉੱਤੇ ਜ਼ੋਰ ਲਾ ਰਹੇ ਨੇ। ਪਰ ਬਾਕੀ ਆਪਾਂ ਦੇਖਾਂਗੇ ਕਿ ਇਸ ਰੈਲੀ ਦੇ ਵਿੱਚ ਜਿਹਦੇ ਵਿੱਚ ਹੁਣ ਸਿਰਫ ਇੱਕ ਦਿਨ ਹੀ ਬਾਕੀ ਹੈ, ਕੱਲ੍ਹ ਦਾ ਪਰਸੋਂ ਰੈਲੀ ਹੋਣੀ ਹੈ, ਇਸ ਰੈਲੀ ਦੇ ਵਿੱਚ ਉਹ ਕੀ ਐਲਾਨ, ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਅਜੇ ਜਿਸ ਤਰ੍ਹਾਂ UP ਦੇ ਵਿੱਚ ਬੜੇ ਵੱਡੇ ਪੋਸਟਰ ਤੇ ਬੜੇ ਵੱਡੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਛਾਪੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਪ੍ਰਾਪਤੀਆਂ ਵੀ ਦੱਸੀਆਂ ਜਾ ਰਹੀਆਂ ਨੇ ਤੇ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ ਵੋਟਰਾਂ ਦੇ ਨਾਲ ਉਹ ਵੀ ਨੇ। ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਪੰਜਾਬ ਦੇ ਵਿੱਚ ਜਿਹੜੇ ਇਸ਼ਤਿਹਾਰ ਛਾਪੇ ਗਏ ਨੇ, ਪੋਸਟਰ ਛਾਪੇ ਗਏ ਨੇ, ਜੋ ਚੀਜ਼ਾਂ ਮੀਡੀਆ ਦੇ ਵਿੱਚ ਆਈਆਂ ਨੇ ਉਹਦੇ ਵਿੱਚ ਇਹ ਗੱਲਾਂ ਤਾਂ ਕੀਤੀਆਂ ਗਈਆਂ ਨੇ ਕਿ ਅਸੀਂ ਇੱਥੋਂ ਦੇ ਸਿੱਖ ਭਾਈਚਾਰੇ ਨੂੰ ਕੀ ਸਹੂਲਤਾਂ ਦਿੱਤੀਆਂ ਨੇ, ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ ਹੈ, ਅਸੀਂ ਜਿਹੜੇ ਦੰਗਿਆਂ ਦੇ ਪੀੜਤ ਲੋਕ ਸੀ ਉਹਨਾਂ ਨੂੰ ਸਾਫ਼ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਦੋਸ਼ੀ ਸੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼, ਮਤਲਬ ਇਹ ਚੀਜ਼ਾਂ ਕਰਕੇ ਉਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜਾ ਪੋਸਟਰ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਉਹਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰਾਂ ਦਾ ਚਿਹਰਾ ਉਹਦੇ ਉੱਤੇ ਉਹਨਾਂ ਨੇ ਆਪਣੀ ਪਗੜੀ ਬੰਨੀ ਹੋਈ ਹੈ, ਇਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਇੱਥੇ ਪੇਸ਼ ਕੀਤਾ ਜਾ ਰਿਹਾ ਹੈ। ਪਰ ਕੋਈ ਵੱਡਾ ਐਲਾਨ ਜਾਂ ਵੱਡੀਆਂ ਸਹੂਲਤਾਂ ਜਾਂ ਇੱਥੋਂ ਦੇ ਵਾਸਤੇ, ਇੱਥੋਂ ਦੀ ਕਿਸਾਨੀ ਵਾਸਤੇ, ਉਦਯੋਗ ਵਾਸਤੇ ਕੋਈ ਜਿਹੜੀਆਂ ਗੱਲਾਂ ਲੋਕ ਤਵੱਕੋਂ ਕਰਦੇ ਨੇ, ਉਡੀਕਦੇ ਨੇ, ਉਹ ਉਸ ਤਰ੍ਹਾਂ ਦੀ ਅਜੇ ਕੋਈ ਗੱਲ ਨਹੀਂ ਆਈ। ਸ਼ਾਇਦ ਪ੍ਰਧਾਨ ਮੰਤਰੀ ਉਹ ਗੱਲਾਂ ਦਾ ਐਲਾਨ ਆਪਣੇ ਮੂੰਹੋਂ ਕਰਨਗੇ ਔਰ ਉਮੀਦ ਹੈ ਕਿ ਉਹ ਜੋ ਕੁਝ ਉਹਨਾਂ ਨੇ ਐਲਾਨ ਕਰਨਾ ਹੋਏਗਾ ਉਹਦਾ ਬਹੁਤਾ ਹਿੱਸਾ 14 ਦੀ ਰੈਲੀ ਵਿੱਚ ਹੀ ਸਾਹਮਣੇ ਆ ਜਾਵੇਗਾ। ਆਪਾਂ ਸਰੋਤਿਆਂ ਦੇ ਨਾਲ ਉਹ ਸ਼ੇਅਰ ਕਰਾਂਗੇ। ਉਡੀਕ ਕਰਦੇ ਹਾਂ 14 ਤਰੀਕ ਦੀ ਮੋਦੀ ਸਾਹਿਬ ਦੀ ਰੈਲੀ ਨੂੰ। ਜੀ ਸੰਧੂ ਸਾਹਿਬ, BJP ਦੀ ਗੱਲ ਹੋਈ, ਕਾਂਗਰਸ ਦੀ ਗੱਲ ਕਰ ਲਈਏ ਤੇ ਕਾਂਗਰਸ ਦੀ ਗੱਲ ਦੇ ਵਿੱਚ ਆਪਾਂ ਪਹਿਲਾਂ ਡਿੰਪਾ ਦਾ ਜ਼ਿਕਰ ਕਰਦੇ ਹਾਂ, ਸੰਸਦ ਮੈਂਬਰ ਉਹਨਾਂ ਬਾਰੇ ਕਿਹਾ ਜਾ ਰਿਹਾ ਵੀ ਉਹ ਵੀ ਕਾਂਗਰਸ ਨੂੰ ਝਟਕਾ ਦੇ ਸਕਦੇ ਆ। ਭਰਾ ਤੋਂ ਬਾਅਦ ਜਿਹੜੇ ਰਾਜਨ ਗਿੱਲ ਹੈਗੇ ਆ ਉਸ ਤੋਂ ਬਾਅਦ ਇਹਨਾਂ ਦੀ ਵੀ ਚੁੱਪ ਚਪੀਤੇ ਮੁਲਾਕਾਤ ਹੋਈ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ। ਅਸਲ ਵਿੱਚ ਇਹ ਤਾਂ ਚਲੋ ਇੱਕ ਆਪਾਂ ਸੀਟ ਦੀ ਗੱਲ ਜਾਂ ਇੱਕ ਨੇਤਾ ਦੀ ਗੱਲ ਕਰਦੇ ਹਾਂ। ਕਾਂਗਰਸ ਪਾਰਟੀ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਬੇਚੈਨੀ, ਬਗਾਵਤ, ਟੁੱਟ ਭੱਜ ਜਿਹੜੀ ਉਹ ਫੈਲੀ ਹੈ ਬਾਕੀ ਪਾਰਟੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ। ਬਾਕੀ ਪਾਰਟੀਆਂ ਦੇ ਵਿੱਚ ਵੀ ਹੋਈ ਹੈ ਲਿਟਲ ਬਿਟ। ਬਾਹਲੀ ਬਗਾਵਤ ਤਾਂ ਪਾਰਟੀ ਪ੍ਰਧਾਨੀਆਂ ਹੀ ਚੱਲ ਰਹੀ ਹੈ। ਬਿਲਕੁਲ ਜੀ ਬਿਲਕੁਲ। ਔਰ ਇਹਨਾਂ ਦੇ ਵਿੱਚ ਉਹ ਜ਼ਿਆਦਾ ਹੋਈ ਹੈ। ਪਾਰਟੀ ਪ੍ਰਧਾਨ ਅਜੇ ਵੀ ਮਤਲਬ ਟੇਢਾ ਹੀ ਚੱਲ ਰਿਹਾ CM ਦੇ ਨਾਲ, ਕਿਉਂਕਿ ਆਪਸ ਵਿੱਚ ਉਹਨਾਂ ਦੀ ਉਹ ਸੁਰ ਨਹੀਂ ਹਜੇ ਕਿ ਕੱਲ ਉਹਨੇ ਪਾਰਟੀ ਪ੍ਰਧਾਨ ਨੇ ਵੀ ਬਿਆਨ ਦੇ ਦਿੱਤਾ ਸੀ ਕਿ ਜੇ ਮੈਨੂੰ ਕਹਿਣਗੇ ਤਾਂ ਮੈਂ 4-5 ਸੀਟਾਂ ਦੇ ਉੱਤੇ ਪ੍ਰਚਾਰ ਕਰਨ ਵਾਸਤੇ ਚਲਾ ਜਾਊਂਗਾ। ਮਤਲਬ ਕਹਿਣ ਵਾਲੀ ਕੋਈ ਗੱਲ ਨਹੀਂ ਹੁੰਦੀ, ਪਾਰਟੀ ਪ੍ਰਧਾਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਦੂਜੇ ਪਾਸੇ ਹੈ ਕਿ ਕਈ ਸੀਟਾਂ ਦੇ ਉੱਤੇ ਜਿਹੜੀ ਉਹ ਬਗਾਵਤ ਫੈਲੀ ਹੈ। ਕਈ ਲੀਡਰ ਜਿਹੜੇ ਸੀਗੇ, ਜਿਵੇਂ ਹੁਣ ਉਹ ਫਿਰੋਜ਼ਪੁਰ ਦੇ ਵਿੱਚ ਰਾਣਾ ਸੋਢੀ ਸੀਗਾ ਜਿਹੜਾ ਮੰਤਰੀ ਵੀ ਸੀ
ਸੀ ਪਿਛਲੀ ਸਰਕਾਰ ਦੇ ਵਿੱਚ, ਕੈਪਟਨ ਸਰਕਾਰ ਦੇ ਵਿੱਚ, ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਚਲਾ ਗਿਆ ਔਰ ਉੱਥੇ ਉਹ ਕਾਫੀ ਟੱਕਰ ਦੇ ਰਿਹਾ ਬਹੁਤ ਸਖਤ। ਜਿਹੜੇ ਬਾਕੀ ਕਾਂਗਰਸ ਦਾ ਕੈਂਡੀਡੇਟ ਹੈ ਉਸ ਨੂੰ ਵੀ, ਉਹਦੀ ਕਾਂਗਰਸ ਦੇ ਕੈਂਡੀਡੇਟ ਦੀ ਉੱਥੇ ਕੋਈ ਜਿੱਤਣ ਦੀ ਸੰਭਾਵਨਾ ਲੱਗ ਹੀ ਨਹੀਂ ਰਹੀ ਔਰ ਈਵਨ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਉਸ ਨੂੰ ਵੀ ਉਹ ਚੰਗੀ ਟੱਕਰ ਦੇ ਰਿਹਾ ਹੈ ਔਰ ਉਹ ਇਧਰੋਂ ਛੱਡ ਕੇ ਕਾਂਗਰਸ ਵੱਲੋਂ ਉਸ ਪਾਸੇ ਵੱਲ ਚਲਾ ਗਿਆ। ਔਰ ਦੂਜੇ ਪਾਸੇ ਜੇ ਆਪਾਂ ਦੇਖੀਏ ਤੇ ਰਾਣਾ ਗੁਰਜੀਤ ਜਿਹੜਾ ਉਹ ਵੀ ਬਗਾਵਤੀ ਅੰਦਾਜ਼ ਦੇ ਵਿੱਚ ਹੀ ਹੈ ਇਸ ਵੇਲੇ, ਕਿਉਂਕਿ ਉਹਨੇ ਆਪਣੇ ਬੇਟੇ ਨੂੰ ਆਜ਼ਾਦ ਖੜਾ ਕੀਤਾ ਹੋਇਆ ਸੁਲਤਾਨਪੁਰ ਲੋਧੀ ਦੀ ਸੀਟ ਤੋਂ। ਜੇ ਕੋਈ ਉੱਥੇ ਅਫੀਸ਼ੀਅਲ ਕੈਂਡੀਡੇਟ ਜਿਹੜਾ ਉਹ ਨਵਤੇਜ ਸਿੰਘ ਚੀਮਾ ਹੈ, ਜਿਸ ਨੂੰ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ, ਉਹ ਨਵਤੇਜ ਸਿੰਘ ਚੀਮਾ ਦਾ ਰਾਣਾ ਪਰਿਵਾਰ ਜਿਹੜਾ ਉਹ ਵਿਰੋਧ ਕਰ ਰਿਹਾ ਹੈ। ਰਾਣਾ ਨੇ ਆਪਣੇ ਬੇਟੇ ਨੂੰ ਆਜ਼ਾਦ ਉੱਥੋਂ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਔਰ ਉਹਨਾਂ ਨੇ ਚੇਤਾਵਨੀ ਦਿੱਤੀ, ਚੁਣੌਤੀ ਦਿੱਤੀ ਹੈ। ਇਹ ਗੱਲ ਬੜੀ ਵਾਰ-ਵਾਰ ਅਸੀਂ ਕਰ ਰਹੇ ਹਾਂ ਖਬਰਾਂ ਦੇ ਵਿੱਚ ਕਿ ਉਹਨਾਂ ਨੇ ਪਾਰਟੀ ਦੇ ਵਿੱਚ ਆਪ ਉਹ ਕਾਂਗਰਸ ਤੋਂ ਅਫੀਸ਼ੀਅਲ ਕੈਂਡੀਡੇਟ ਨੇ, ਮੰਤਰੀ ਵੀ ਨੇ ਹੁਣ ਇਸ ਵੇਲੇ ਦੀ ਸਰਕਾਰ ਦੇ ਵਿੱਚ, ਚੰਨੀ ਸਰਕਾਰ ਦੇ ਵਿੱਚ ਮੰਤਰੀ ਵੀ ਨੇ ਉਹ, ਔਰ ਉਹ ਬੜੀ ਸਿੱਧੀ ਚੁਣੌਤੀ ਦੇ ਰਹੇ ਨੇ ਉੱਥੇ ਦੇ ਜਿਹੜਾ ਅਫੀਸ਼ੀਅਲ ਕੈਂਡੀਡੇਟ ਹੈ ਪਾਰਟੀ ਦਾ। ਹੁਣ ਉਹਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਪਰ ਪਾਰਟੀ ਦੇ ਲੋਕ ਉਹਦੇ ਨਾਲ ਨਹੀਂ। ਰਾਣਾ ਦਾ ਉਸ ਖੇਤਰ ਦੇ ਵਿੱਚ ਕਾਫੀ ਆਧਾਰ ਹੈ। ਉਹਨਾਂ ਨੇ ਚੁਣੌਤੀ ਦਿੱਤੀ ਹੈ, ਚੇਤਾਵਨੀ ਦਿੱਤੀ ਹੈ ਕਿ ਜੇ ਇੱਥੋਂ ਨਵਤੇਜ ਸਿੰਘ ਚੀਮਾ ਜਿੱਤ ਗਿਆ ਤਾਂ ਮੈਂ ਸਿਆਸਤ ਹੀ ਛੱਡ ਦਊਂਗਾ। ਇਹ ਬੜੀ ਵੱਡੀ ਗੱਲ ਹੈ। ਹੁਣ ਉਹੀ ਸਥਿਤੀ ਜਿਹੜੀ ਹੈ ਨਾ ਉਹ ਇੱਥੇ ਬਣਦੀ ਆ ਰਹੀ ਹੈ ਖਡੂਰ ਸਾਹਿਬ ਹਲਕਾ ਦੇ ਵਿੱਚ, ਜਿੱਥੇ ਪਾਰਟੀ ਨੇ ਰਮਨਜੀਤ ਸਿੱਕੀ ਜਿਹੜੇ ਪਹਿਲਾਂ 2 ਵਾਰ ਵਿਧਾਇਕ ਰਹੇ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ। ਉਹਨਾਂ ਦੇ ਹਲਕੇ 'ਚ ਆ ਕੇ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹ ਲੋਕਾਂ ਨੂੰ ਸੰਬੋਧਨ ਵੀ ਕਰ ਗਏ ਨੇ ਔਰ ਉੱਥੇ ਉਹ ਕਹਿ ਗਏ ਨੇ ਕਿ ਜੇ ਤੁਸੀਂ ਇਸ ਵਾਰ ਸਿੱਕੀ ਨੂੰ ਵੋਟ ਪਾ ਰਹੇ ਹੋ ਤੇ ਤੁਸੀਂ MLA ਨਹੀਂ ਮੰਤਰੀ ਚੁਣ ਰਹੇ ਹੋ, ਕਿਉਂਕਿ 2 ਵਾਰ ਇਹ ਵਿਧਾਇਕ ਰਹਿ ਚੁੱਕੇ ਨੇ, ਮੈਂ ਇਹਨਾਂ ਨੂੰ ਮੰਤਰੀ ਬਣਾਵਾਂਗਾ। ਮਤਲਬ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਇਸ ਤਰ੍ਹਾਂ ਦੇ ਵਾਅਦੇ ਭਰੋਸੇ ਜਿਹੜੇ ਨੇ ਉਹ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਜਾਂਦੇ ਨੇ, ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਵੀ ਕੀਤੇ ਜਾਂਦੇ ਨੇ ਕਿ ਸਾਡੇ ਇਲਾਕੇ ਦਾ ਜਿਹੜਾ MLA ਉਹ ਕੱਲ੍ਹ ਨੂੰ ਮੰਤਰੀ ਬਣੇਗਾ। ਦੂਜੇ ਪਾਸੇ ਜਿਹੜਾ ਡਿੰਪਾ ਪਰਿਵਾਰ ਹੈ ਉਹ ਉਹਦਾ ਡਟ ਕੇ ਵਿਰੋਧ ਕਰ ਰਿਹਾ ਹੈ। ਡਿੰਪਾ ਦਾ ਪਰਿਵਾਰ ਜਿਹੜਾ ਬੇਟਾ ਹੈ ਉਹ ਉਸ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਸੀ। ਉਪਦੇਸ਼ ਗਿੱਲ ਪਹਿਲਾਂ ਤੋਂ ਹੀ ਔਰ ਕੋਸ਼ਿਸ਼ ਇਹ ਸੀ ਉਹਨਾਂ ਦੀ ਕਿ ਅਸੀਂ ਇੱਥੋਂ ਇਹ ਟਿਕਟ ਹਾਸਲ ਕਰਾਂਗੇ। ਉਹਨਾਂ ਨੇ ਇਹ ਗੱਲ ਕਹੀ ਵੀ ਆ ਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ 2-2 ਟਿਕਟਾਂ ਦਿੱਤੀਆਂ ਗਈਆਂ ਨੇ, ਫਿਰ ਸਾਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ? ਜੇ ਨਹੀਂ ਦਿੱਤੀ ਗਈ ਤੇ ਉਹਦਾ ਵਿਰੋਧ ਜਿਹੜਾ ਕਰਨਾ ਸੀ ਸ਼ੁਰੂ ਕਰ ਦਿੱਤਾ ਗਿਆ। ਉਸ ਵਿਰੋਧ ਤੋਂ ਬਾਅਦ ਇਹ ਹੋਇਆ ਕਿ ਪਹਿਲਾ ਝਟਕਾ ਇਹ ਦਿੱਤਾ ਗਿਆ ਕਿ ਰਾਜਨ ਗਿੱਲ ਜਿਹੜੇ ਉਹਨਾਂ ਦੇ ਭਰਾ ਨੇ ਉਹ ਪਰਿਵਾਰਕ ਸਹਿਮਤੀ ਦੇ ਨਾਲ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। ਸ਼ਾਇਦ ਜਸਵੀਰ ਸਿੰਘ ਡਿੰਪਾ ਜਿਹੜੇ ਸੰਸਦ ਮੈਂਬਰ ਨੇ ਖਡੂਰ ਸਾਹਿਬ ਹਲਕੇ ਤੋਂ, ਉਹ ਇਹ ਤਵੱਕੋਂ ਕਰਦੇ ਹੋਣਗੇ, ਉਮੀਦ ਕਰਦੇ ਹੋਣਗੇ ਕਿ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਜਾਂ ਹਾਈ ਕਮਾਨ ਹੈ ਉਹ ਇਸ ਚੀਜ਼ ਦਾ ਨੋਟਿਸ ਲੈ ਕੇ ਸਾਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕਰਨਗੇ ਜਾਂ ਸਾਨੂੰ ਹੋਰ ਕੁਝ ਕਿਸੇ ਤਰ੍ਹਾਂ ਦਾ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰਨਗੇ। ਉਹ ਗੱਲ ਨਹੀਂ ਹੋਈ। ਉਹ ਗੱਲ ਨਾ ਹੋਣ ਤੋਂ ਬਾਅਦ ਫਿਰ 2 ਦਿਨ ਬਾਅਦ ਰਾਜਨ ਗਿੱਲ ਤੇ ਜਸਵੀਰ ਸਿੰਘ ਡਿੰਪਾ ਦੋਹਾਂ ਨੇ ਹੋਟਲ ਦੇ ਵਿੱਚ, ਤਾਜ ਹੋਟਲ ਜਿੱਥੇ ਆਪਣੇ ਸੁਖਵੀਰ ਬਾਦਲ ਜੀ ਠਹਿਰੇ ਹੋਏ ਨੇ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। 1 ਘੰਟਾ ਉਹਨਾਂ ਦੀ ਗੁੱਪ-ਚੁੱਪ ਮੁਲਾਕਾਤ ਹੋਈ ਹੈ। ਅੰਦਰ ਕੀ ਖਿਚੜੀ ਪੱਕੀ ਹੈ ਅਜੇ ਤੱਕ ਸਾਹਮਣੇ ਨਹੀਂ ਆਈ, ਪਰ ਹੋਰ ਉਹਦੇ 'ਚੋਂ ਕਿਸੇ ਕਿਸਮ ਦੀ ਉਮੀਦ ਹੀ ਨਹੀਂ। ਜੇ ਚੌਲ ਪਾਏ ਨੇ, ਦਾਲ ਪਾਈ ਹੈ ਤੇ ਖਿਚੜੀ ਹੀ ਬਣਨੀ ਹੈ, ਉਹਦੀ ਖੀਰ ਤਾਂ ਬਣ ਨਹੀਂ ਸਕਦੀ ਕਿਉਂਕਿ ਦੁੱਧ ਪਾਇਆ ਨਹੀਂ ਉਹਦੇ 'ਚ। ਇਸ ਕਰਕੇ ਜਿਹੜੀ ਅੰਦਰ ਗੱਲ ਹੈ ਉਹ ਇਹੀ ਹੋ ਸਕਦੀ ਹੈ ਵੀ ਜੇ ਇੱਧਰ ਗੱਲ ਨਹੀਂ ਬਣ ਰਹੀ ਤੇ ਅਸੀਂ ਇੱਧਰ ਆ ਜਾਈਏ ਤੇ ਫਿਰ ਉਹਦਾ ਕੀ ਭਵਿੱਖ ਹੈ। ਔਰ ਇੱਕ ਗੱਲ ਜਿਹੜੀ ਹੈ ਨਾ ਇਹਦੇ ਵਿੱਚ ਪ੍ਰਵੇਸ਼ ਜੀ ਮੈਂ ਹੋਰ ਸ਼ੇਅਰ ਕਰਨੀ ਚਾਹੁੰਦਾ ਸਰੋਤਿਆਂ ਦੇ ਨਾਲ, ਜੋ ਪਹਿਲਾਂ ਸਰਵੇ ਆਏ ਸੀ, ਜੋ ਪਹਿਲਾਂ ਹਾਲਾਤ ਬਣੇ ਸੀ ਜਿਸ ਵੇਲੇ, ਉਹਦੇ ਵਿੱਚ ਅਕਾਲੀ ਦਲ ਬਹੁਤ ਜ਼ਿਆਦਾ ਪਿਛੜ ਕੇ ਚੱਲ ਰਿਹਾ ਸੀ। ਪਰ ਹੁਣ ਜਿਹੜੀ ਸਥਿਤੀ ਬਣ ਰਹੀ ਹੈ ਉਹਦੇ ਵਿੱਚ ਅਕਾਲੀ ਦਲ ਥੋੜਾ ਜਿਹਾ ਜ਼ੋਰ ਫੜ ਰਿਹਾ ਤੇ ਕਈ ਹਲਕਿਆਂ ਦੇ ਵਿੱਚ ਉਹ ਬੜੀ ਸਖਤ ਤੇ ਮਜ਼ਬੂਤ ਪੋਜੀਸ਼ਨ ਦੇ ਵਿੱਚ ਆ ਗਿਆ, ਜਿਨ੍ਹਾਂ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦਾ ਆਪਾਂ ਜ਼ਿਕਰ ਕਰ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦਾ ਜ਼ਿਕਰ ਕਰ ਸਕਦੇ ਹਾਂ, ਖਾਸ ਕਰਕੇ ਦੁਆਬੇ ਦੀਆਂ ਤੇ ਕੁਝ ਮਾਲਵੇ ਦੀਆਂ ਸੀਟਾਂ ਦੇ ਉੱਤੇ ਉਹਨੇ ਬਹੁਤ ਜ਼ਿਆਦਾ ਆਪਣੀ ਪਕੜ ਬਣਾ ਲਈ ਹੈ, ਜਿਨ੍ਹਾਂ ਤੋਂ ਇਸ ਤਰ੍ਹਾਂ ਦੀਆਂ ਕਿਆਸਰਾਈਆਂ ਜਾਂ ਅੰਦਾਜ਼ੇ ਵੀ ਲੱਗ ਰਹੇ ਨੇ ਕਿ ਉਹ ਉਹਨਾਂ ਦੀਆਂ ਜਿਹੜੀਆਂ ਸੀਟਾਂ ਦਾ ਗ੍ਰਾਫ ਸੀ ਪਹਿਲਾਂ ਕਾਫੀ ਥੱਲੇ ਡਾਊਨ ਦਿਖਾਇਆ ਜਾ ਰਿਹਾ ਸੀਗਾ ਚੋਣ ਸਰਵੇਖਣਾਂ ਦੇ ਵਿੱਚ, ਉਹ ਉੱਪਰ ਆ ਸਕਦਾ ਹੈ। ਕਾਫੀ ਸੀਟਾਂ ਜਿਹੜੀਆਂ ਨੇ ਉਹ ਲੈ ਕੇ ਜਾ ਸਕਦੇ ਨੇ। ਉਹਦਾ ਕਾਰਨ ਇੱਕ ਇਹ ਵੀ ਹੈ ਕਿ ਸੁਖਵੀਰ ਬਾਦਲ ਨੇ ਬੜੀ ਪੁਰਾਣੀ ਜਿਹੜੀ ਚੋਣ ਮੁਹਿੰਮ ਚਲਾਈ ਹੋਈ ਹੈ, ਜਿਸ ਵੇਲੇ ਬਾਕੀ ਪਾਰਟੀਆਂ ਦੇ ਖਿਆਲ ਵਿੱਚ, ਸੁਪਨੇ ਵਿੱਚ ਵੀ ਇਹ ਗੱਲ ਨਹੀਂ ਸੀ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਲਾਲਾਬਾਦ ਜਾ ਕੇ ਪਹਿਲੀ ਰੈਲੀ ਵੀ ਕਰ ਦਿੱਤੀ ਤੇ ਉੱਥੇ ਅਨਾਉਂਸ ਵੀ ਕਰ ਦਿੱਤਾ ਕਿ ਮੈਂ ਇਸ ਸੀਟ ਤੋਂ ਚੋਣ ਲੜਾਂਗਾ। ਉਹਦੇ ਤੋਂ ਬਾਅਦ ਉਹਨਾਂ ਨੇ ਇਹ ਸਿਲਸਿਲਾ ਹੀ ਬਣਾ ਲਿਆ ਕਿ ਜਿਹੜੇ ਵੀ ਇਲਾਕੇ 'ਚ ਜਾਂਦੇ ਸੀ
ਉੱਥੇ ਦੇ ਉਮੀਦਵਾਰ ਦਾ ਐਲਾਨ ਕਰ ਦਿੰਦੇ ਸੀ। ਕਾਫੀ ਜ਼ੋਰ ਫੜਿਆ ਉਹਨਾਂ ਨੇ। ਸੋ ਜਸਵੀਰ ਡਿੰਪਾ ਦਾ ਉਸ ਪਾਸੇ ਨੂੰ ਅਟਰੈਕਟ ਹੋਣਾ ਇਹਨਾਂ ਗੱਲਾਂ ਤੋਂ ਵੀ ਸਮਝ ਆ ਸਕਦਾ ਹੈ, ਪਾਰਟੀ ਪ੍ਰਤੀ ਨਾਰਾਜ਼ਗੀ ਤੋਂ ਵੀ ਸਮਝ ਆ ਸਕਦਾ ਹੈ, ਉਹਨਾਂ ਦੇ ਬੇਟੇ ਨੂੰ ਟਿਕਟ ਨਾ ਮਿਲਣ ਤੋਂ ਵੀ ਸਮਝ ਆ ਸਕਦਾ ਹੈ, ਉਹਨਾਂ ਦੇ ਭਰਾ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਵੀ ਜਾ ਸਕਦਾ ਹੈ। ਪਰ ਇਹ ਹੁਣ ਅਜੇ ਅਨਾਊਂਸ ਜਿਹੜਾ ਕੁਛ ਹੁੰਦਾ ਹੈ ਜਾਂ ਕੀ ਐਲਾਨ ਕਰਦੇ ਆ, ਉਹ ਸ਼ਾਇਦ 1-2 ਦਿਨ ਹੋਰ ਦੇਖਣਗੇ। ਫੋਟੋਆਂ ਜਿਹੜੀਆਂ ਉਹਨਾਂ ਦੀਆਂ ਵਾਇਰਲ ਹੋ ਗਈਆਂ ਨੇ ਜਦੋਂ ਮੀਟਿੰਗ ਕਰਕੇ ਉਹ ਬਾਹਰ ਆ ਰਹੇ ਸੀਗੇ, ਤਾਂ ਹੁਣ ਹਾਈ ਕਮਾਨ ਜਾਂ ਜਿਹੜਾ ਸੂਬਾਈ ਮਤਲਬ ਪਾਰਟੀ ਦੀ ਲੀਡਰਸ਼ਿਪ ਹੈ ਉਹ ਕੋਈ ਨੋਟਿਸ ਲੈਂਦੀ ਹੈ ਕਿ ਨਹੀਂ ਲੈਂਦੀ, ਜਾਂ ਡਿੰਪਾ ਨੂੰ ਬੁਲਾਉਂਦੇ ਆ ਜਾਂ ਗੱਲ ਕਰਦੇ ਆ ਜਾਂ ਨਹੀਂ ਕਰਦੇ। ਜਿਵੇਂ ਮਹਿੰਦਰ ਸਿੰਘ KP ਜਿਹੜਾ ਜਲੰਧਰ ਦੇ ਵਿੱਚ ਉਹ ਵੀ ਬਗਾਵਤ ਕਰਨ ਦੇ ਮੂਡ ਵਿੱਚ ਸੀ, ਤੇ ਚਰਨਜੀਤ ਸਿੰਘ ਚੰਨੀ ਨੇ ਉਹਨੂੰ ਅਖੀਰਲੇ ਮੌਕੇ ਤੇ ਕਿਵੇਂ ਨਾ ਕਿਵੇਂ ਮਨਾ ਕੇ ਤੇ ਰਾਹੁਲ ਗਾਂਧੀ ਵਾਲੀ ਰੈਲੀ ਚ ਲੁਧਿਆਣੇ ਆਪਣੇ ਬਰਾਬਰ ਬਿਠਾ ਲਿਆ ਸੀ, ਉਸ ਨੂੰ ਨਾਲ ਤੋੜ ਲਿਆ। ਹੁਣ ਉਹ ਦਿਲੋਂ ਮਨੋਂ ਕਿੰਨਾ ਤੁਰਦਾ ਨਹੀਂ ਕਹਿ ਸਕਦੇ, ਪਰ ਉਸਨੇ ਬਗਾਵਤ ਨਹੀਂ ਕੀਤੀ, ਪਾਰਟੀ ਦੇ ਨਾਲ ਉਹ ਚੱਲ ਪਿਆ। ਇਹਨਾਂ ਸਾਰੇ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਨ ਦੇ ਵਿੱਚ ਲੀਡਰਸ਼ਿਪ ਜਿਹੜੀ ਆ ਉਹ ਹੁਣ ਤੱਕ ਸਫਲ ਨਹੀਂ ਹੋ ਸਕੀ। ਸੋ ਆਪਾਂ ਦੇਖਦੇ ਹਾਂ ਜਸਵੀਰ ਸਿੰਘ ਡਿੰਪਾ ਦੀ ਜਿਹੜੀ ਮਿਲਣੀ ਹੈ ਇਹਦਾ ਕੀ ਰੰਗ ਸਾਹਮਣੇ ਆਉਂਦਾ ਹੈ। ਐਬਸੋਲੂਟਲੀ। ਸੰਧੂ ਸਾਹਿਬ, ਪੰਜਾਬ ਚੋਣਾਂ ਦੇ ਵਿੱਚ ਇਹ ਵੀ ਖਬਰਾਂ ਆ ਰਹੀਆਂ ਵੀ 2 ਧੜਿਆਂ 'ਚ ਵੰਡੇ ਗਏ ਆ ਡੇਰਾ ਸੱਚਾ ਸੌਦਾ ਦੇ ਪ੍ਰੇਮੀ, ਇਹ ਸਹੀ ਹੈ ਕਿ ਨਹੀਂ? ਜੋ ਖਬਰਾਂ ਸਾਹਮਣੇ ਆ ਰਹੀਆਂ ਨੇ, ਜਿਸ ਤਰ੍ਹਾਂ ਦਾ ਕੁਝ ਉਹਨਾਂ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ, ਉਹਦੇ ਤੋਂ ਤਾਂ ਇਹੀ ਲੱਗ ਰਿਹਾ, ਹਾਲਾਂਕਿ ਡੇਰੇ ਵੱਲੋਂ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਨਹੀਂ ਜੀ ਅਸੀਂ ਸਾਰੇ ਇਕਜੁੱਟ ਹੀ ਹਾਂ, ਪਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਜਿਨ੍ਹਾਂ ਤੋਂ ਇਹ ਲੱਗਦਾ। ਪਹਿਲੀ ਗੱਲ ਪ੍ਰਵੇਸ਼ ਸੰਧੂ ਜੀ, ਮੈਂ ਇਹ ਦੱਸਣੀ ਚਾਹਾਂਗਾ ਆਪਣੇ ਸਰੋਤਿਆਂ ਨੂੰ ਕਿ ਪੰਜਾਬ ਦੇ ਵਿੱਚ ਹਾਲਾਂਕਿ ਬਹੁਤ ਸਾਰੇ ਡੇਰੇ ਨੇ, ਸੈਂਕੜਿਆਂ ਦੀ ਗਿਣਤੀ 'ਚ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਨੇ, ਪਰ ਉਹਨਾਂ ਦੇ ਵਿੱਚ ਜਿਹੜੇ ਪ੍ਰਮੁੱਖ ਡੇਰੇ ਆ 9-10 ਡੇਰੇ ਨੇ, ਇਹਨਾਂ ਦਾ ਬੜਾ ਯੋਗਦਾਨ ਹੈ ਤੇ ਬੜਾ ਪ੍ਰਭਾਵ ਹੈ ਇਹਨਾਂ ਦਾ ਸਮਾਜਿਕ ਖੇਤਰ ਦੇ ਵਿੱਚ ਵੀ ਤੇ ਉਹਦੇ ਨਾਲ ਐਜ਼ ਵੈਲ ਸਿਆਸੀ ਖੇਤਰ ਵਿੱਚ ਵੀ, ਕਿਉਂਕਿ ਜਿਹੜੇ ਲੋਕ ਡੇਰਿਆਂ ਨਾਲ ਜੁੜੇ ਹੁੰਦੇ ਨੇ ਉਹ ਸਮਾਜਿਕ ਹੀ ਹੁੰਦੇ ਨੇ ਤੇ ਉਹ ਦੂਜੇ ਪਾਸੇ ਵੋਟਰ ਵੀ ਹੁੰਦੇ ਨੇ ਤੇ ਉਹਨਾਂ ਨੇ ਵੋਟ ਵੀ ਪਾਣੀ ਹੁੰਦੀ ਹੈ। ਉਹਨਾਂ ਦਾ ਇਹ ਜਿਹਾ ਕੁਝ ਨਹੀਂ ਹੁੰਦਾ ਕਿ ਜਿਹੜੇ ਡੇਰਿਆਂ ਨਾਲ ਜੁੜ ਗਏ ਨੇ ਉਹ ਇਕੱਲੇ ਧਾਰਮਿਕ ਖਿਆਲਾਂ ਵਾਲੇ ਨੇ ਤੇ ਉਹ ਕਿਸੇ ਨੂੰ ਵੋਟ ਨਹੀਂ ਪਾਉਣਗੇ। ਬੜੇ ਡੇਰੇ ਮਤਲਬ ਜਿਹੜੇ ਪ੍ਰਮੁੱਖ ਡੇਰੇ ਨੇ ਉਹਨਾਂ ਦੇ ਵਿੱਚ, ਜਿਵੇਂ ਆਪਾਂ ਕਹੀਏ ਦੁਆਬਾ ਦੇ ਖੇਤਰ ਦੇ ਵਿੱਚ ਜਲੰਧਰ ਦੇ ਨੇੜੇ ਹੈਗਾ ਰਾਪੁਰ ਬੱਲਾਂ ਵਾਲਾ, ਸੱਚਖੰਡ ਬੱਲਾਂ ਦਾ ਜਿਹੜਾ ਡੇਰਾ ਹੈ ਉਹ ਹੈ, ਆਪਣੇ ਰਾਧਾ ਸੁਆਮੀ ਡੇਰਾ ਜਿਹੜਾ ਬਿਆਸ ਦੇ ਵਿੱਚ ਹੈ, ਫਿਰ ਨਿਰੰਕਾਰੀ ਡੇਰਾ ਆ, ਫਿਰ ਨਾਮਧਾਰੀ ਜਿਹੜਾ ਉਹਨਾਂ ਦਾ ਆ, ਫਿਰ ਦਮਦਮੀ ਟਕਸਾਲ ਵਾਲੇ ਬੈਠੇ ਆ, ਫਿਰ ਦਿਵਿਆ ਜੋਤੀ ਜਾਗਰਤੀ ਸੰਸਥਾ ਵਾਲੇ ਬੈਠੇ ਆ, ਨਾਨਕਸਰ ਪੀਠ ਹੈ ਜਿਹੜੀ ਕਲੇਰਾਂ ਉਹ ਬੈਠੇ ਆ, ਉਹਨਾਂ ਦਾ ਆਪਣਾ ਵੱਖਰਾ ਸਿਸਟਮ ਆ। ਦਾਦੂਵਾਲ ਸਾਹਿਬ ਵਾਲਾ ਜਿਹੜਾ ਆ ਉਹਨਾਂ ਦਾ ਆਪਣਾ ਇੱਕ ਵੱਖਰਾ ਗਰੁੱਪ ਹੈ, ਭਾਵੇਂ ਵੋਟ ਬੈਂਕ ਘੱਟ ਹੈ ਜਾਂ ਵੱਧ ਹੈ, ਪਰ ਉਹ ਜਿੱਧਰ ਨੂੰ ਉਹਨਾਂ ਦੇ ਮੁਖੀ ਜਿਹੜੇ ਹੈੱਡ ਹੈ ਜਿਸ ਪਾਸੇ ਨੂੰ ਇਸ਼ਾਰਾ ਕਰਨਗੇ ਉਹ ਸਾਰਾ ਵੋਟਰ ਜਿਹੜਾ ਉਸ ਪਾਸੇ ਨੂੰ ਜਾਵੇਗਾ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਡਾ ਵੋਟ ਬੈਂਕ, ਸਭ ਤੋਂ ਵੱਧ ਗਿਣਤੀ ਵਿੱਚ ਵੋਟ ਬੈਂਕ ਜਿਹੜਾ ਉਹ ਡੇਰਾ ਸਿਰਸਾ ਦੇ ਕੋਲ ਹੈ, ਜਿਨ੍ਹਾਂ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ, ਜਿਹੜੇ ਵੱਖ-ਵੱਖ ਦੋਸ਼ਾਂ ਦੇ ਵਿੱਚ ਸਜ਼ਾ ਕੱਟ ਰਹੇ ਨੇ, ਕਤਲ ਵਰਗੇ, ਬਲਾਤਕਾਰ ਵਰਗੇ, ਰੇਪ ਵਰਗੇ ਦੋਸ਼ਾਂ ਦੇ ਵਿੱਚ ਉਹਨਾਂ ਦੇ ਖਿਲਾਫ ਮੁਕੱਦਮੇ ਚੱਲ ਰਹੇ ਨੇ, ਸਜ਼ਾ ਹੋਈ ਹੈ, ਜੇਲ੍ਹ ਵਿੱਚ ਬੰਦ ਨੇ, ਤੇ ਜਿਨ੍ਹਾਂ ਨੂੰ 21 ਦਿਨ ਦੀ ਪੈਰੋਲ ਮਿਲੀ ਹੈ ਦੂਜੀ ਵਾਰ। ਇੱਕ ਵਾਰ ਉਹਨਾਂ ਨੂੰ ਪਹਿਲਾਂ ਪਿਛਲੇ ਸਮੇਂ 'ਚ ਆਪਣੀ ਮਾਤਾ ਜੀ ਉਹਨਾਂ ਦੇ ਬਿਮਾਰ ਸੀ, ਉਹਦੇ ਵਾਸਤੇ ਸਿਰਫ 12 ਘੰਟਿਆਂ ਦੀ ਪੈਰੋਲ ਮਿਲੀ ਸੀ ਮਿਲਣ ਵਾਸਤੇ, ਤੇ ਹੁਣ ਉਹਨਾਂ ਨੂੰ 21 ਦਿਨਾਂ ਦੀ ਪੈਰੋਲ ਮਿਲੀ ਹੈ। ਬਹੁਤ ਵੱਡਾ ਵੋਟ ਬੈਂਕ ਆ ਉਹਨਾਂ ਦਾ। ਤੇ ਡੇਰਾ ਪ੍ਰੇਮੀ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਧੜਾ, ਜਿਸ ਵੇਲੇ ਇਹਨਾਂ ਨੂੰ ਸਜ਼ਾ ਹੋਈ ਸੀ ਗੁਰਮੀਤ ਰਾਮ ਰਹੀਮ ਹੋਰਾਂ ਨੂੰ, ਉਸ ਤੋਂ ਬਾਅਦ ਹੀ ਉਹ ਹੋਂਦ ਦੇ ਵਿੱਚ ਆਇਆ ਸੀਗਾ ਇੱਕ ਧੜਾ, ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕਰ ਰਹੇ ਨੇ। ਉਹਨਾਂ ਨੇ ਆਪਣਾ ਇੱਕ ਫੇਸਬੁੱਕ ਗਰੁੱਪ ਜਿਹੜਾ ਉਹ ਵੀ ਬਣਾਇਆ ਹੋਇਆ ਹੈ, ਫੇਥ ਵਰਸਸ ਵਰਡਿਕਟ ਉਹ ਪੇਜ ਆ ਉਹਨਾਂ ਦਾ, ਜਿਹਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਫਾਲੋਅਰ ਹੈ ਉਹਦੇ ਉੱਤੇ ਉਹਦੇ ਨਾਲ ਜੁੜੇ ਹੋਏ ਨੇ। ਕੋਈ 22-25 ਹਜ਼ਾਰ ਦੇ ਕਰੀਬ ਫਾਲੋਅਰ ਨੇ ਜਿਹੜੇ ਫੇਸਬੁੱਕ ਪੇਜ ਤੇ ਜੁੜੇ ਨੇ। ਇਸ ਤੋਂ ਵੱਧ YouTube ਦੇ ਉੱਤੇ ਜਿਹੜਾ ਉਹਨਾਂ ਦਾ ਬਣਿਆ ਉਹਦੇ ਤੇ ਵੀ ਜੁੜੇ ਨੇ। ਔਰ ਇਹਨਾਂ ਨੇ ਫੇਸਬੁੱਕ ਦੇ ਉੱਤੇ ਔਰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਇਹ ਦੱਸਿਆ ਕਿ ਅਸੀਂ ਸਾਰੇ ਇਸ ਵਾਰੀ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ, ਅਸੀਂ ਨੋਟਾਂ ਦਾ ਬਟਨ ਦਬਾਵਾਂਗੇ, ਤਾਂ ਕਿ ਇਹਨਾਂ ਸਾਰੀਆਂ ਪਾਰਟੀਆਂ ਨੂੰ, ਸਾਰੇ ਸਿਆਸੀ ਲੋਕਾਂ ਨੂੰ, ਨੇਤਾਵਾਂ ਨੂੰ ਸਬਕ ਸਿਖਾਇਆ ਜਾ ਸਕੇ ਕਿ ਇਹਨਾਂ ਨੇ ਪਿਛਲੇ ਸਮੇਂ ਵਿੱਚ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੈ, ਇਹਨਾਂ ਨੇ
ਡੇਰੇ ਦੇ ਪ੍ਰਤੀ ਬੜਾ ਬੇਰੁਖੀ ਵਾਲਾ ਜਿਹੜਾ ਵਿਹਾਰ ਆ ਉਹ ਰੱਖਿਆ। ਸਾਡੇ ਦੁੱਖ ਸੁੱਖ ਨਹੀਂ ਪੁੱਛੇ, ਸਾਡੇ ਨਾਲ ਕੋਈ ਸਾਂਝ ਜਿਹੜੀ ਆ ਉਹ ਨਹੀਂ ਰਹੀ, ਸਾਡਾ ਖਿਆਲ ਨਹੀਂ ਰੱਖਿਆ ਗਿਆ ਸੁੱਖ ਸਹੂਲਤਾਂ ਦਾ ਜਾਂ ਹੋਰ ਜੋ ਵੀ ਕੁਛ ਉਹ ਤਵੱਕੋਂ ਕਰਦੇ ਸੀ ਉਹ ਚੀਜ਼ਾਂ ਸਾਡੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ਕਰਕੇ ਅਸੀਂ ਸਭ ਪਾਰਟੀਆਂ ਨਾਲ ਗੁੱਸੇ ਹਾਂ ਤੇ ਅਸੀਂ ਨੋਟਾਂ ਦਾ ਬਟਨ ਦਬਾਵਾਂਗੇ ਤੇ ਇਹਨਾਂ ਨੂੰ ਸਬਕ ਸਿਖਾਵਾਂਗੇ। ਤਾਂ ਜੇ ਨੋਟਾਂ ਦਾ ਬਟਨ ਮੰਨ ਲਓ ਸਾਰੇ ਦਬਾਉਂਦੇ ਤੇ ਇਹਦਾ ਮਤਲਬ ਕੋਈ ਸਰਕਾਰ ਹੀ ਨਹੀਂ ਬਣੇਗੀ। ਦੂਜੀ ਗੱਲ ਜਿਹੜੀ ਹੈ ਕਿ ਜਿਹੜਾ ਸਿਆਸੀ ਵਿੰਗ ਆ ਇੱਕ ਡੇਰਾ ਸਿਰਸਾ ਦਾ ਸੱਚੇ ਸੌਦੇ ਦਾ ਸਿਆਸੀ ਵਿੰਗ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ, ਇਹ ਬਿਲਕੁਲ ਗਲਤ ਗੱਲ ਹੈ। ਅਸੀਂ ਸਲਾਹ ਮਸ਼ਵਰਾ ਕਰ ਰਹੇ ਹਾਂ, ਅਜੇ ਸਾਡੀ ਸਲਾਹ ਜਿਹੜੀ ਗਿਣਤੀ ਹੈ ਉਹ ਪੂਰੀ ਫਾਈਨਲ ਨਹੀਂ ਹੋਈ। ਕੱਲ ਇੱਕ ਜਿਹੜੀ ਸਿਆਸੀ ਵਿੰਗ ਆ ਉਹਨਾਂ ਦਾ ਉਹਦੇ ਜਿਹੜੇ ਜੋ ਵੀ ਉਹਦੇ ਆਗੂ ਹੈ ਜਾਂ ਜੋ ਉਹਦੇ ਲੀਡ ਕਰਨ ਵਾਲੇ ਲੋਕ ਹੈ 45 ਦੇ ਕਰੀਬ ਹੈਗੇ ਆ, ਉਹ ਸਾਰੇ ਇਹਨਾਂ ਨੂੰ ਗੁਰਮੀਤ ਰਾਮ ਰਹੀਮ ਉਹਨਾਂ ਨੂੰ ਮਿਲਣ ਵਾਸਤੇ ਗਏ ਸੀ, ਪਰ ਸੁਰੱਖਿਆ ਵਾਲਿਆਂ ਨੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ। ਉਹ ਬਾਹਰ ਆਪਣੇ ਪਾਰਕ ਦੇ ਵਿੱਚ ਬੈਠ ਕੇ ਪਲਾਟ ਵਿੱਚ ਬੈਠ ਕੇ ਉੱਥੇ ਹੀ ਉਹਨਾਂ ਨੇ ਆਪਣੀ ਮੀਟਿੰਗ ਕੀਤੀ ਤੇ ਜੋ ਵੀ ਉਹਦਾ ਸੰਦੇਸ਼ ਹੋਏਗਾ ਉਹਨਾਂ ਨੇ ਉਹ ਸੰਤ ਡੇਰਾ ਮੁਖੀ ਤੱਕ ਪਹੁੰਚਾ ਦਿੱਤਾ ਹੋਏਗਾ। ਔਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਨਹੀਂ, ਅਸੀਂ ਜੋ ਵੀ ਸਾਡਾ ਫੈਸਲਾ ਹੋਏਗਾ ਉਹਦੇ ਤੋਂ ਬਾਅਦ ਅਸੀਂ ਉਸ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਵਾਂਗੇ ਜਿਸ ਪਾਰਟੀ ਵੱਲ ਨੂੰ ਵੀ ਇਸ਼ਾਰਾ ਹੋਏਗਾ। ਇਹ ਹੁਣ ਅੰਡਰਸਟੂਡ ਹੀ ਹੈ ਕਿ ਜੇ ਇਹ ਗੱਲ ਹੁੰਦੀ ਹੈ ਤਾਂ ਜਿਹੜੇ ਡੇਰਾ ਮੁਖੀ ਨੇ ਉਹ ਜਿਸ ਪਾਸੇ ਇਸ਼ਾਰਾ ਕਰਨਗੇ ਡੇਰੇ ਦਾ ਸਾਰਾ ਵੋਟਰ ਜਿਹੜਾ ਉਹ ਉਸ ਹੱਕ ਦੇ ਵਿੱਚ ਭੁਗਤੇਗਾ। ਪਰ ਦੂਜੀ ਗੱਲ ਜਿਹੜੀ ਫੇਰ ਆਪਾਂ ਉਹ ਕਰਦੇ ਹਾਂ ਕਿ ਪੱਛਮੀ ਯੂਪੀ ਦੇ ਜਿਹੜਾ ਪਿਛਲੇ ਦਿਨੀ ਚੋਣਾਂ ਹੋ ਕੇ ਹਟੀਆਂ ਨੇ ਉੱਥੇ ਜਿਹੜੇ ਨੋਟਾਂ ਵਾਲੇ ਹੈਗੇ ਆ ਜਿਨ੍ਹਾਂ ਨੇ ਐਲਾਨ ਕੀਤਾ ਹੋਇਆ ਕਿ ਅਸੀਂ ਕਿਸੇ ਦੇ ਹੱਕ ਵਿੱਚ ਵੀ ਵੋਟ ਨਹੀਂ ਪਾਵਾਂਗੇ, ਉਹਨਾਂ ਨੇ ਉੱਥੇ ਵੀ ਕਿਸੇ ਦੇ ਹੱਕ ਵਿੱਚ ਵੋਟ ਨਹੀਂ ਪਾਏ ਔਰ ਉਹਨਾਂ ਨੇ ਇਹ ਗੱਲ ਦਾ ਖੁਲਾਸਾ ਕੀਤਾ ਹੈ ਕਿ ਅਸੀਂ ਉੱਥੇ ਜਿਹੜਾ ਸਿਆਸੀ ਵਿੰਗ ਆ ਉਹਦੀਆਂ ਗੱਲਾਂ ਨੂੰ ਨਹੀਂ ਮੰਨਿਆ, ਉਹਨਾਂ ਨੂੰ ਅਸੀਂ ਇਨਕਾਰ ਕਰ ਦਿੱਤਾ, ਕਿਸੇ ਵੀ ਪਾਰਟੀ ਨੂੰ ਅਸੀਂ ਵੋਟ ਨਹੀਂ ਪਾਇਆ। ਮੁਜ਼ੱਫਰਨਗਰ ਦੇ ਵਿੱਚ ਖਾਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਨੇ ਡੇਰਾ ਪ੍ਰੇਮੀ ਔਰ ਉਹਨਾਂ ਨੇ ਕਿਹਾ ਜੀ ਅਸੀਂ ਤੇ ਉੱਥੇ ਨੋਟਾਂ ਦਾ ਬਟਨ ਹੀ ਦਬਾਇਆ ਔਰ ਅਸੀਂ ਪੰਜਾਬ ਵਿੱਚ ਵੀ ਇਹੀ ਕਰਨਾ ਹੈ। ਹੁਣ ਇਹ ਦੋ ਧੜੇ ਇੱਕ ਸੁਰ ਹੁੰਦੇ ਨੇ ਕਿ ਨਹੀਂ ਹੁੰਦੇ ਜਾਂ ਇਸ ਤਰ੍ਹਾਂ ਵੱਖਰਾ ਹੀ ਕਰਦੇ ਨੇ ਤੇ ਕਾਫੀ ਹਿੱਸਾ ਜਿਹੜਾ ਵੋਟਰਾਂ ਦਾ ਫਿਰ ਉਹ ਨੋਟਾਂ ਵਾਲੇ ਪਾਸੇ ਚਲਾ ਜਾਏਗਾ। ਦੂਜੇ ਜਿਹੜੇ ਲੋਕ ਨੇ ਜਿਹੜੇ ਸਿਆਸੀ ਵਿੰਗ ਦੀ ਸਲਾਹ ਮੰਨ ਕੇ ਚੱਲਣ ਵਾਲੇ ਨੇ, ਜਿਹੜੇ ਡੇਰਾ ਮੁਖੀ ਦੇ ਆਦੇਸ਼ ਦਾ ਪਾਲਣ ਕਰਨ ਵਾਲੇ ਨੇ, ਉਹ ਫਿਰ ਉਸ ਪਾਰਟੀ ਨੂੰ ਵੋਟ ਪਾਉਣਗੇ ਜਿਹਦੇ ਹੱਕ ਦੇ ਵਿੱਚ ਉੱਥੋਂ ਆਦੇਸ਼ ਆਵੇਗਾ। ਜੀ ਇੱਕ ਸਵਾਲ ਹੋਰ ਹੈਗਾ ਸੰਧੂ ਸਾਹਿਬ, ਇਹਦਾ ਸੰਖੇਪ ਦੇ ਵਿੱਚ ਜਵਾਬ ਚਾਹੂੰਗਾ। ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਹਨੀ ਨੂੰ ਅਦਾਲਤ ਨੇ 14 ਦਿਨਾਂ ਵਾਸਤੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈਗਾ ਜੀ। ਬਿਲਕੁਲ ਜੀ, 2 ਵਾਰ ਪਹਿਲਾਂ ਉਹਨਾਂ ਦਾ ਰਿਮਾਂਡ ਮੰਗਿਆ ਸੀ ਈਡੀ ਨੇ ਤੇ 2 ਵਾਰ ਉਹਨਾਂ ਦਾ ਰਿਮਾਂਡ ਜਿਹੜਾ ਉਹ ਮਿਲ ਗਿਆ ਸੀ। ਪਹਿਲਾਂ 4 ਦਿਨ ਦਾ ਮਿਲਿਆ ਸੀ, ਦੁਬਾਰਾ 3 ਦਿਨ ਦਾ ਮਿਲਿਆ, 7 ਦਿਨ ਦਾ ਰਿਮਾਂਡ ਮਿਲ ਗਿਆ ਸੀ। ਉਹਦੇ ਤੋਂ ਬਾਅਦ ਫਿਰ ਜਦੋਂ ਤੀਜੀ ਵਾਰੀ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਫਿਰ ਉਹਦਾ ਰਿਮਾਂਡ ਮੰਗਿਆ ਗਿਆ ਕਿ ਉਹਦਾ ਹੋਰ ਰਿਮਾਂਡ ਦਿੱਤਾ ਜਾਵੇ ਤਾਂ ਜਿਹੜੇ ਉਹਦੇ ਭੁਪਿੰਦਰ ਸਿੰਘ ਹਨੀ ਹੈ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਰਿਸ਼ਤੇਦਾਰ, ਉਹਨਾਂ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਅਦਾਲਤ ਨੂੰ ਕਿਹਾ ਕਿ ਜੇ 7 ਦਿਨਾਂ ਦੇ ਵਿੱਚ ਈਡੀ ਵਾਲੇ ਕੁਝ ਨਹੀਂ ਪਤਾ ਲਾ ਸਕੇ ਤੇ ਇਹਨਾਂ ਨੇ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਤਾ ਲੈਣਾ ਹੈ, ਅੱਗੇ ਵੀ ਕੁਝ ਨਹੀਂ ਕਰ ਸਕਦੇ, ਇਸ ਕਰਕੇ ਸਾਡੇ ਮੁਵੱਕਲ ਦਾ ਹੋਰ ਰਿਮਾਂਡ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਗੱਲ ਦੇ ਨਾਲ ਸਹਿਮਤ ਹੋ ਕੇ ਅਦਾਲਤ ਨੇ ਫਿਰ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ, ਜੁਡੀਸ਼ੀਅਲ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਹੈ, ਜਿੱਥੋਂ ਉਹ 14 ਦਿਨ ਬਾਅਦ ਫਿਰ ਪੇਸ਼ੀ ਵਾਸਤੇ ਅਦਾਲਤ ਦੇ ਸਾਹਮਣੇ ਪੇਸ਼ ਹੋਵੇਗਾ। ਪਰ ਇਸ ਦੌਰਾਨ ਜਿਵੇਂ ਪਹਿਲੀ ਵਾਰੀ ਜਦੋਂ ਰਿਮਾਂਡ ਹਾਸਲ ਕਰਨ ਵਾਸਤੇ ਈਡੀ ਵਾਲੇ ਆਏ ਸੀ ਤੇ ਉਹਨਾਂ ਨੇ ਇਹ ਖੁਲਾਸਾ ਕੀਤਾ ਸੀ ਕਿ ਇਸ ਨੇ ਇਕਬਾਲ ਕਰ ਲਿਆ ਭੁਪਿੰਦਰ ਸਿੰਘ ਹਨੀ ਨੇ ਕਿ ਜਿਹੜਾ ਮੇਰੇ ਕੋਲ ਪੈਸਾ ਆਇਆ ਉਹ ਰੇਤ ਮਾਫੀਆ ਤੋਂ ਆਇਆ ਹੈ ਜਾਂ ਜਿਹੜੇ ਇਸ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਅਧਿਕਾਰੀ ਨੇ ਉਹਨਾਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਕਰਨ ਵਾਸਤੇ ਉਹਨਾਂ ਨੂੰ ਪੈਸਾ ਮਿਲਿਆ ਹੈ। ਉਹਨਾਂ ਨੇ ਵੀ ਇਹ ਕਿਹਾ ਹੋਣਾ ਕਿ ਸਾਨੂੰ ਇਸ ਅਹੁਦੇ ਤੇ ਲਾ ਦਿਓ, ਇੱਥੇ ਜ਼ਿਆਦਾ ਪੈਸਾ ਮਿਲਦਾ, ਤੁਸੀਂ ਇੰਨਾ ਲੈ ਲਓ ਸਾਡੇ ਕੋਲੋਂ। ਇਹੋ ਜਿਹਾ ਕੁਝ ਕਾਲਾ ਮਗਾਲਾ ਜਿਹੜਾ ਬਾਕੀ ਡਿਪਾਰਟਮੈਂਟਾਂ ਵਿੱਚ ਵੀ ਚੱਲਦਾ, ਇਹਦੇ ਵਿੱਚ ਵੀ ਚੱਲਦਾ ਔਰ ਇਸ ਚੀਜ਼ ਦਾ ਉਸਨੇ ਇਕਬਾਲ ਕਰ ਲਿਆ ਔਰ ਈਡੀ ਵਾਲਿਆਂ ਨੇ ਇਸ ਚੀਜ਼ ਦਾ ਖੁਲਾਸਾ ਕਰ ਦਿੱਤਾ। ਨਾਲ ਇਹ ਵੀ ਕਿਹਾ ਕਿ ਅਜੇ ਅਸੀਂ ਹੋਰ ਪੁੱਛਗਿੱਛ ਕਰਨੀ ਹੈ ਇਹਦੇ ਕੋਲੋਂ, ਇਹ 325 ਕਰੋੜ ਤੱਕ ਇਹਦੀ ਸੂਈ ਜਾ ਰਹੀ ਹੈ ਮਾਮਲੇ ਦੀ ਤੇ ਉਹ ਪੈਸਾ ਜਿਹੜਾ ਕਿੱਥੇ ਹੈ, ਕਿਹਦੇ ਕੋਲ ਹੈ। ਪਰ ਅਦਾਲਤ ਨੇ ਉਦੋਂ ਰਿਮਾਂਡ ਦੇ ਦਿੱਤਾ ਸੀ। ਹੁਣ ਫਿਰ ਈਡੀ ਵਾਲਿਆਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਕੋਲ 70 ਲੋਕਾਂ ਦੀ ਲਿਸਟ ਜਿਹੜੀ ਹੈ ਉਹ ਆ ਚੁੱਕੀ ਹੈ ਭੁਪਿੰਦਰ ਸਿੰਘ ਹਨੀ ਦੇ ਮਾਰਫਤ ਤੇ ਅਸੀਂ ਉਹਨਾਂ ਕੋਲੋਂ ਵੀ ਪੁੱਛਗਿੱਛ ਕਰਨੀ ਹੈ ਤੇ ਅਸੀਂ ਹੋਰ ਇਹਦੇ ਕੋਲੋਂ ਅਜੇ ਜਾਣਕਾਰੀ ਪ੍ਰਾਪਤ ਕਰਨੀ ਹੈ। ਪਰ ਇਸ ਵਾਰੀ ਅਦਾਲਤ ਨੇ ਉਹਨਾਂ ਦਾ ਹੋਰ ਰਿਮਾਂਡ ਨਹੀਂ ਦਿੱਤਾ।
ਹੁਣ ਉਹ ਜਿਹੜੇ 70 ਲੋਕਾਂ ਦੀ ਲਿਸਟ ਆਈ ਹੈ, ਹੁਣ ਈਡੀ ਵਾਲੇ ਉਹਨਾਂ ਕੋਲੋਂ ਪੁੱਛਗਿੱਛ ਕਰਨਗੇ। ਪਰ ਇਸ ਦੌਰਾਨ ਜੇ ਆਪਾਂ ਕਹੀਏ ਕਿ ਭੁਪਿੰਦਰ ਸਿੰਘ ਹਨੀ ਜਿਹੜਾ ਆ ਉਹਦੀਆਂ ਮੁਸ਼ਕਲਾਂ ਖਤਮ ਹੋ ਗਈਆਂ ਨੇ, ਇਹ ਜਿਹਾ ਨਹੀਂ ਲੱਗਦਾ, ਕਿਉਂਕਿ ਹੁਣ ਆਮਦਨ ਟੈਕਸ ਵਿਭਾਗ ਨੇ ਉਹਦੇ ਖਿਲਾਫ ਤਿਆਰੀ ਕੱਸ ਲਈ ਹੈ ਕਿ ਇਹ ਪੈਸਾ ਜਿਹੜਾ ਕਿੱਥੋਂ ਆਇਆ ਤੇ ਇਹਦਾ ਕੋਈ ਆਮਦਨ ਟੈਕਸ ਦਾ ਹਿਸਾਬ ਕਿਤਾਬ ਹੈ ਜਾਂ ਨਹੀਂ। ਹੁਣ ਉਹ ਉਹਨੂੰ ਸ਼ਿਕੰਜੇ 'ਚ ਕੱਸਣ ਦੀ ਤਿਆਰੀ ਕਰ ਰਹੇ ਨੇ। ਸੰਧੂ ਸਾਹਿਬ, ਲਖੀਮਪੁਰ ਖੀਰੀ ਕਾਂਡ ਬਾਰੇ ਹਾਈ ਕੋਰਟ ਨੇ ਕਿਹਾ ਵੀ ਸੰਭਵ ਹੈ ਕਿ ਡਰਾਈਵਰ ਨੇ ਬਚਣ ਵਾਸਤੇ ਗੱਡੀ ਭਜਾਈ ਹੋਵੇ ਤੇ ਘਟਨਾ ਵਾਪਰ ਗਈ ਹੋਵੇ। ਕੀ ਇਹ ਸਹੀ ਹੈ? ਇਹਦੇ ਬਾਰੇ ਵੀ ਜੋ ਖਬਰਾਂ ਮੀਡੀਆ ਦੇ ਰਾਹੀਂ ਜਾਣਕਾਰੀ ਪ੍ਰਾਪਤ ਹੋਈ ਹੈ, ਬਿਲਕੁਲ ਠੀਕ ਗੱਲ ਹੈ। ਦੂਜੀ ਗੱਲ ਇਹ ਹੈ ਕਿ ਕਿਉਂਕਿ ਅਦਾਲਤ ਦਾ ਮਾਮਲਾ ਹੈ, ਅਸੀਂ ਇਸ ਮਾਮਲੇ ਦੇ ਵਿੱਚ ਆਪਣੇ ਵੱਲੋਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਨਾ ਹੀ ਕਰ ਸਕਦੇ ਹਾਂ। ਅਸੀਂ ਉਹੀ ਕੁਝ ਜੋ ਕੁਝ ਔਨ ਰਿਕਾਰਡ ਹੈ ਉਹ ਹੀ ਆਪਣੇ ਸਰੋਤਿਆਂ ਤੱਕ ਪਹੁੰਚਾ ਸਕਦੇ ਹਾਂ। ਬਿਲਕੁਲ। ਤੇ ਔਨ ਰਿਕਾਰਡ ਦੇ ਜੋ ਹਾਲਾਤ ਨੇ ਉਹ ਦੱਸਦੇ ਨੇ ਇਹ ਗੱਲ ਕਿ ਜੋ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਜਿਨ੍ਹਾਂ ਲੋਕਾਂ ਦੇ ਖਿਲਾਫ ਉਸ ਲਖੀਮਪੁਰ ਖੀਰੀ ਕਾਂਡ ਦੇ ਵਿੱਚ, ਜਿਹਦੇ ਵਿੱਚ 4 ਕਿਸਾਨਾਂ ਦੀ ਮੌਤ ਹੋਈ ਸੀ, 1 ਪੱਤਰਕਾਰ ਦੀ ਮੌਤ ਹੋਈ ਸੀ, ਉਹਦੇ ਤੋਂ ਬਾਅਦ ਵਿੱਚ ਜਿਹੜੀ ਉੱਥੇ ਹਿੰਸਾ ਭੜਕੀ ਉਹਦੇ 'ਚ 3 ਹੋਰ ਲੋਕਾਂ ਦੀ ਮੌਤ ਹੋਈ ਸੀ ਜਿਹੜੇ ਭਾਜਪਾ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਨੇ। ਉਸ ਖਾਸ ਕਰਕੇ ਜਿਹੜਾ ਮੰਤਰੀ ਦਾ ਬੇਟਾ ਆ ਆਸ਼ੀਸ਼, ਉਹਦੇ ਨਾਲ ਸੰਬੰਧਿਤ ਉਹ ਦੱਸੇ ਜਾਂਦੇ ਸੀ 3 ਲੋਕ। ਔਰ ਇਸ ਮਾਮਲੇ ਵਿੱਚ ਜਿਹੜੀ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਜਾਂ ਜਿਹੜੇ ਬਿਆਨ ਲੋਕਾਂ ਨੇ ਦਰਜ ਕਰਾਏ ਆ, ਜਿਹੜੇ ਸਬੂਤ ਮਿਲੇ ਆ, ਜਿਹੜੀਆਂ ਗਵਾਹੀਆਂ ਹੋਈਆਂ, ਉਹਨਾਂ ਸਾਰਿਆਂ ਦੇ ਮੱਦੇਨਜ਼ਰ ਹੀ ਅਦਾਲਤ ਨੇ ਫੈਸਲਾ ਦੇਣਾ ਹੁੰਦਾ ਜੀ। ਅਦਾਲਤ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਫੈਸਲਾ ਦਿੱਤਾ ਹੈ ਕਿ ਜਿਸ ਵੇਲੇ ਉਹ ਹਾਦਸਾ ਵਾਪਰਿਆ ਜਿਹਦੇ ਥੱਲੇ ਕਿਸਾਨ ਆ ਕੇ ਮਰੇ ਨੇ, ਉਸ ਵੇਲੇ ਕਿਤੋਂ ਵੀ ਇਹ ਗੱਲ ਸਾਹਮਣੇ ਨਹੀਂ ਆ ਰਹੀ ਕਿ ਜਿਹੜੇ ਮੰਤਰੀ ਦੇ ਬੇਟੇ ਨੇ ਆਸ਼ੀਸ਼ ਮਿਸ਼ਰ, ਉਹਨਾਂ ਨੇ ਕੁਛ ਕਿਹਾ ਹੋਵੇ ਗੱਡੀ ਉੱਤੇ ਚੜਾਉਣ ਬਾਰੇ। ਇਹਦੇ ਬਾਰੇ ਕੋਈ ਸਬੂਤ ਨਹੀਂ, ਇਹਦੇ ਬਾਰੇ ਕੋਈ ਗਵਾਹੀ ਨਹੀਂ। ਤਾਂ ਹੋ ਸਕਦਾ ਹੈ ਉੱਥੇ ਭੀੜ ਜਿਹੜੀ ਬਹੁਤ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਸੀ, ਔਰ ਜੋ ਰਿਪੋਰਟਾਂ ਤੋਂ ਸੰਬੰਧਿਤ ਹੈ, ਚਾਰਜ ਸ਼ੀਟ ਦੇ ਵਿੱਚ ਜਿਸ ਚੀਜ਼ ਦਾ ਜ਼ਿਕਰ ਹੈ, ਹਵਾਲਾ ਜਿਸ ਚੀਜ਼ ਦਾ ਵੀ ਉਹਨਾਂ ਦੇ ਕੋਲ ਤਲਵਾਰਾਂ, ਡਾਂਗਾਂ, ਲਾਠੀਆਂ, ਸੋਟੇ ਸੀ, ਔਰ ਉਹ ਆਪਣੇ ਬਚਾਅ ਵਾਸਤੇ ਉਸ ਨੂੰ ਗੱਡੀ ਭਜਾਉਣੀ ਪਈ ਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹੁਣ ਇਸ ਮਾਮਲੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਸਾਹਮਣੇ ਆ ਰਹੀ, ਜੋ ਕੁਝ ਹੁਣ ਤੱਕ ਉੱਥੇ ਜਿਹੜੇ ਕਿਸਾਨ ਆਗੂ ਹੈ ਜਾਂ ਕਿਸਾਨ ਜਥੇਬੰਦੀਆਂ ਜੋ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਆਸ਼ੀਸ਼ ਮਿਸ਼ਰ ਬਾਰੇ, ਤੇ ਜੋ ਕੁਝ ਅਦਾਲਤ ਦੇ ਵਿੱਚ ਸਬੂਤ ਗਏ ਆ, ਗਵਾਹੀਆਂ ਗਈਆਂ, ਜੋ ਚਾਰਜ ਸ਼ੀਟ ਗਈ ਹੈ, ਜੋ ਅਦਾਲਤ ਵੱਲੋਂ ਦੱਸਿਆ ਜਾ ਰਿਹਾ ਹੈ, ਇਹਦੇ ਵਿੱਚ ਕਾਫੀ ਫਰਕ ਹੈ। ਉੱਥੋਂ ਇਹ ਲੱਗਦਾ ਹੈ ਕਿ ਜਿਵੇਂ ਆਸ਼ੀਸ਼ ਮਿਸ਼ਰ ਦਾ ਇਸ ਮਾਮਲੇ ਦੇ ਵਿੱਚ ਕਸੂਰ ਜਿਹੜਾ ਉਹ ਘੱਟ ਹੈ ਜਾਂ ਹੈ ਨਹੀਂ ਜਾਂ ਕਿਵੇਂ ਆ। ਇੱਕ ਗੱਲ ਹੋਰ ਅਦਾਲਤ ਨੇ ਇਹ ਕਹੀ ਹੈ ਕਿ ਆਸ਼ੀਸ਼ ਮਿਸ਼ਰ ਦੇ ਨਾਲ ਜਿਹੜੇ 3 ਲੋਕ ਬੈਠੇ ਸੀ, ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ, ਮਾਰ-ਮਾਰ ਕੇ ਕਤਲ ਕੀਤਾ ਗਿਆ, ਉਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮਤਲਬ ਇਹ ਕਿ ਅਦਾਲਤ ਨੂੰ ਇਹ ਵੀ ਲੱਗਦਾ ਹੈ ਕਿ ਉਹ ਵੀ ਕੋਈ ਆਮ ਗੱਲ ਨਹੀਂ ਸੀ, ਜਿਸ ਤਰ੍ਹਾਂ ਉਹਨਾਂ ਦੀ ਹੱਤਿਆ ਹੋਈ ਹੈ ਉਹ ਵੀ ਇੱਕ ਬਹੁਤ ਵੱਡਾ ਕਾਂਡ ਸੀ ਤੇ ਉਸ ਮਾਮਲੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੋ ਇਸ ਸਾਰੇ ਹਾਲਾਤ ਦੇ ਮੱਦੇਨਜ਼ਰ ਅਦਾਲਤ ਨੇ ਉਸ ਨੂੰ ਆਸ਼ੀਸ਼ ਮਿਸ਼ਰ ਨੂੰ ਜ਼ਮਾਨਤ ਦੇ ਦਿੱਤੀ ਹੈ। ਨਹੀਂ ਤਾਂ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਇੰਨੀ ਛੇਤੀ ਕਦੀ ਜ਼ਮਾਨਤ ਮਿਲਦੀ ਨਹੀਂ, ਜਿਹਦੇ ਵਿੱਚ ਕਤਲ ਵਰਗੇ, ਸਾੜ ਫੂਕ, ਹਿੰਸਾ, ਇੱਦਾਂ ਦੇ ਲੋਕਾਂ ਦੇ ਮਤਲਬ ਮਰਨ ਦੇ ਸੰਬੰਧ ਵਿੱਚ ਜਿਹੜੇ ਮੁਕੱਦਮੇ ਦਰਜ ਹੋਣ, ਅਸਲੇ ਦਾ ਮੁਕੱਦਮਾ ਦਰਜ ਹੋਵੇ। ਔਰ ਇਹ ਵੀ ਅਦਾਲਤ ਨੇ ਕਿਹਾ ਕਿ ਜਿਹੜਾ ਉਹਨਾਂ ਦੇ ਨਾਲ ਇੱਕ ਬੰਦਾ ਬੈਠਾ ਸੀ, ਜਦੋਂ ਕਿਹਾ ਗਿਆ ਕਿ ਇਹਦੇ ਪਿਸਤੌਲ 'ਚੋਂ ਗੋਲੀ ਚੱਲੀ ਆ, ਉਹ ਗੋਲੀ ਅੱਗੇ ਕਿਸੇ ਨੂੰ ਨਹੀਂ ਲੱਗੀ, ਉਸ ਗੋਲੀ ਨਾਲ ਕੋਈ ਬੰਦਾ ਵੀ ਜਿਹੜਾ ਜ਼ਖਮੀ ਨਹੀਂ ਹੋਇਆ ਜਾਂ ਕੋਈ ਉਹਦੇ ਨਾਲ ਕਿਸੇ ਨੂੰ ਗੋਲੀ ਉਹ ਨਹੀਂ ਲੱਗੀ। ਇੱਕ ਇਹ ਗੱਲ ਵੀ ਹੋ ਗਈ। ਦੂਜੀ ਗੱਲ, ਹੁਣ ਜਿਹੜਾ ਕਿਸਾਨ ਜਥੇਬੰਦੀਆਂ ਦਾ ਵਕੀਲ ਹੈ ਉਹਦਾ ਇਹ ਕਹਿਣਾ ਹੈ ਕਿ ਭਾਵੇਂ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਕਿ ਪਰ ਅਜੇ ਆਸ਼ੀਸ਼ ਮਿਸ਼ਰ ਜਿਹੜਾ ਉਹ ਬਾਹਰ ਨਹੀਂ ਆ ਸਕਦਾ। ਉਹਨਾਂ ਨੇ ਇਹ ਆਰਗੂਮੈਂਟ ਪੇਸ਼ ਕੀਤੀ ਹੈ ਕਿ ਬਹੁਤ ਸਾਰੀਆਂ ਧਾਰਾਵਾਂ ਦੇ ਅਧੀਨ ਪਰਚਾ ਦਰਜ ਹੈ ਔਰ ਕੁਝ ਧਾਰਾਵਾਂ ਦੇ ਵਿੱਚ ਜ਼ਮਾਨਤ ਹੋਈ ਹੈ, ਬਾਕੀ ਧਾਰਾਵਾਂ ਦੇ ਅਧੀਨ ਅਜੇ ਜ਼ਮਾਨਤ ਨਹੀਂ ਹੋਈ। ਜੇ ਉਹਦੀ ਗੱਲ ਸੱਚ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਅਜੇ ਕੁਝ ਦਿਨ ਹੋਰ ਲੱਗ ਜਾਣ ਜਾਂ ਇੱਕ ਵਾਰ ਫੇਰ ਜਿਹੜਾ ਇਹ ਹੋਵੇ। ਦੂਜੀ ਗੱਲ, ਕਿਸਾਨ ਜਥੇਬੰਦੀਆਂ ਨੇ ਇਹ ਵੀ ਕਹੀ ਸੀ ਕਿ ਇੱਕ ਤਰਫਾ ਸੁਣਵਾਈ ਹੋਈ ਹੈ, ਅਦਾਲਤ ਨੇ ਕੀਤੀ ਹੈ ਤੇ ਜ਼ਮਾਨਤ ਦੇ ਦਿੱਤੀ ਹੈ। ਜਦੋਂ ਸਾਡੀ ਵਾਰੀ ਆਈ ਸੀ ਉਦੋਂ ਇੰਟਰਨੈਟ ਹੀ ਬੰਦ ਹੋ ਗਿਆ। ਸੋ ਇਸ ਤਰ੍ਹਾਂ ਦੇ ਹਾਲਾਤ ਉਸ ਮਾਮਲੇ ਨੂੰ ਲੈ ਕੇ, ਜਿਹਦੇ ਬੜਾ ਵੱਡਾ ਹੰਗਾਮਾ ਦੇਸ਼ ਪ੍ਰਦੇਸ਼ ਵਿਦੇਸ਼ਾਂ ਦੇ ਵਿੱਚ ਵੀ ਹੋਇਆ ਸੀ ਔਰ ਅੱਜ ਤੱਕ ਇਹ ਮੰਗ ਕੀਤੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਵੀ, ਕਿਸਾਨ ਜਥੇਬੰਦੀਆਂ ਵੱਲੋਂ ਵੀ, ਕਿ ਜਿਹੜੇ ਗ੍ਰਹਿ ਰਾਜ ਮੰਤਰੀ ਹੈ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਵੇ। ਅਜੇ ਮਿਸ਼ਰ ਟੈਨੀ ਇਸ ਦੌਰਾਨ ਇਹ ਸਾਰਾ ਕੁਝ ਵਾਪਰ ਕੇ ਤੇ ਉਹਨਾਂ ਦੀ ਜ਼ਮਾਨਤ ਹੋ ਕੇ ਉਹ ਬਾਹਰ ਆ ਗਏ ਨੇ। ਹਾਂਜੀ ਸੰਧੂ ਸਾਹਿਬ, ਆਪਾਂ ਇੱਕ ਅਖੀਰਲੀ ਖਬਰ ਆਪਣੀ ਚਰਚਾ ਦੇ ਵਿੱਚ ਸ਼ਾਮਲ ਕਰ ਰਹੇ ਹੈਗੇ ਹਾਂ। ਸੰਖੇਪ ਦੇ ਵਿੱਚ ਇਹਦਾ ਜਵਾਬ ਚਾਹੂੰਗਾ।
ਰਾਬੀਆ ਸਿੱਧੂ ਦੀ ਇੱਕ ਪ੍ਰਤੀਗਿਆ ਨੂੰ ਲੈ ਕੇ ਖਬਰਾਂ ਹੈਗੀਆਂ ਵੀ ਉਹ ਕਹਿੰਦੇ ਆ ਵੀ ਜਦੋਂ ਤਾਈਂ ਡੈਡੀ ਚੋਣਾਂ ਨਹੀਂ ਜਿੱਤਣਗੇ ਵਿਆਹ ਨਹੀਂ ਕਰਾਉਣਗੇ। ਰਾਬੀਆ ਸਿੱਧੂ ਬਹੁਤ ਐਕਟਿਵ ਹੈ ਇਸ ਵੇਲੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਵਿੱਚ। ਔਰ ਜੇ ਇਸ ਗੱਲ ਨੂੰ ਆਪਾਂ ਦੇਖੀਏ, ਜਿਸ ਤਰ੍ਹਾਂ ਸੋਸ਼ਲ ਮੀਡੀਆ, ਜਿਸ ਤਰ੍ਹਾਂ ਅਖਬਾਰਾਂ ਵੱਲੋਂ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਉਹਨਾਂ ਦੇ ਬਿਆਨ, ਉਹਨਾਂ ਦੇ ਇੰਟਰਵਿਊ, ਉਹਨਾਂ ਦੀ ਕਵਰੇਜ ਜਿਹੜੀ ਕੀਤੀ ਜਾ ਰਹੀ ਹੈ, ਉੱਥੋਂ ਇਹ ਹੀ ਲੱਗਦਾ ਹੈ ਕਿ ਨਵਜੋਤ ਸਿੱਧੂ ਖੁਦ ਬਹੁਤ ਘੱਟ ਉਹਦੇ ਵਿੱਚ ਐਕਟਿਵ ਹੈ। ਉਹਨਾਂ ਦੀ ਵਾਈਫ ਜਿਹੜੀ ਹੈ ਡਾਕਟਰ ਨਵਜੋਤ ਕੌਰ ਸਿੱਧੂ, ਉਹ ਵੀ ਬਹੁਤ ਘੱਟ ਹੈ, ਪਰ ਰਾਬੀਆ ਸਿੱਧੂ ਬਹੁਤ ਜ਼ਿਆਦਾ ਐਕਟਿਵ ਹੈ ਔਰ ਬਹੁਤ ਐਜੂਕੇਟਡ ਤੇਜ਼ ਤਰਾਰ ਲੜਕੀ ਹੈ। ਉਹ ਆਪਣੇ ਜਿਹੜੇ ਵੋਟਰ ਹੈ ਉਹਨਾਂ ਦੇ ਨਾਲ ਸੰਪਰਕ ਕਰ ਰਹੀ ਹੈ, ਘਰ ਘਰ ਜਾ ਕੇ, ਗਲੀ ਗਲੀ ਜਾ ਕੇ। ਇੱਕ ਗੱਲ ਇਹਦੇ ਵਿੱਚ ਉਹਨਾਂ ਨੇ ਇਹ ਕੀਤੀ ਹੈ ਕਿ ਉਹਨਾਂ ਦੀ ਮਾਤਾ ਜੀ ਜਿਹੜੇ ਹੈ ਡਾਕਟਰ ਨਵਜੋਤ ਕੌਰ ਸਿੱਧੂ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਿਆਸਤ ਵਿੱਚ ਆ ਕੇ ਸਾਨੂੰ ਕੋਈ ਕੀ ਲਾਭ ਹੋਇਆ, ਕੋਈ ਸਾਨੂੰ ਲਾਭ ਨਹੀਂ ਹੋਇਆ। ਮੇਰਾ ਪ੍ਰੋਫੈਸ਼ਨ ਜਿਹੜਾ ਮੈਡੀਕਲ ਲਾਈਨ ਦਾ ਸੀ ਉਹ ਵੀ ਲਗਭਗ ਬੰਦ ਹੋ ਗਿਆ, ਕੋਈ ਅਸੀਂ ਉੱਥੋਂ ਸਾਨੂੰ ਕਮਾਈ ਨਹੀਂ ਆ ਰਹੀ। ਸਿੱਧੂ ਸਾਹਿਬ ਜੋ ਕੰਮ ਕਰ ਰਹੇ ਸੀ, ਸ਼ੋਅ ਟੀਵੀ ਵਗੈਰਾ ਟੀਵੀ ਸ਼ੋਅ ਕਰ ਰਹੇ ਸੀ, ਉੱਥੋਂ ਵੀ ਆਮਦਨੀ ਬੰਦ ਹੋ ਗਈ। ਤਾਂ ਸਾਡੇ ਕੋਲ ਤਾਂ ਹੁਣ ਕੋਈ ਪੈਸਾ ਨਹੀਂ ਰਿਹਾ, ਸਾਡਾ ਕੋਈ ਆਮਦਨੀ ਦਾ ਸਾਧਨ। ਸੰਧੂ ਸਾਹਿਬ ਕੁਝ ਉਹਨਾਂ ਨੇ ਬਿਆਨ ਦਿੱਤਾ ਸੀ। ਸੰਧੂ ਸਾਹਿਬ ਫਾਈਨਲ ਕਮੈਂਟ ਜੀ ਪਲੀਜ਼। ਹਾਂ, ਤੇ ਉਹਨਾਂ ਨੇ ਇਹ ਕਿਹਾ ਕਿ ਮਾਤਾ ਜੀ ਨੇ ਕਿਉਂਕਿ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ, ਜਿੰਨਾ ਚਿਰ ਮੇਰੇ ਪਾਪਾ ਜਿੱਤ ਨਹੀਂ ਜਾਂਦੇ ਮੈਂ ਉਹਨਾਂ ਚਿਰ ਵਿਆਹ ਹੀ ਨਹੀਂ ਕਰਾਂਗੀ। ਇਸ ਤਰ੍ਹਾਂ ਦੀ ਪ੍ਰਤੀਗਿਆ ਕੀਤੀ ਹੈ ਰਾਬੀਆ ਸਿੱਧੂ ਨੇ, ਜਿਹੜੀ ਡਾਕਟਰ ਨਵਜੋਤ ਕੌਰ ਦੀ ਤੇ ਨਵਜੋਤ ਸਿੱਧੂ ਦੀ ਬੇਟੀ ਹੈ। ਹਾਂਜੀ ਜੀ ਸੰਧੂ ਸਾਹਿਬ, ਹਜੇ ਗੱਲਾਂ ਬਾਤਾਂ ਕੁਝ ਖਬਰਾਂ ਹੋਰ ਵੀ ਸੀਗੀਆਂ ਜਿਨ੍ਹਾਂ ਤੇ ਗੱਲਬਾਤ ਚਰਚਾ ਕੀਤੀ ਜਾ ਸਕਦੀ ਸੀ, ਪਰ ਸਮਾਂ ਇੰਨੀ ਹੀ ਇਜਾਜ਼ਤ ਦਿੰਦਾ ਜੀ। ਤੁਸੀਂ ਸਮਾਂ ਕੱਢਿਆ, ਸਾਰੀ ਜਾਣਕਾਰੀ ਸਾਂਝੀ ਕੀਤੀ, ਬਹੁਤ ਧੰਨਵਾਦ। ਧੰਨਵਾਦ ਪ੍ਰਵੇਸ਼ ਜੀ, ਧੰਨਵਾਦ।